ਉਹ ਸੰਥਿਆ ਕਰ ਰਹੇ ਹਾਂ। ਸੋ ਅੱਜ ਜਿਹੜਾ ਸ਼ਬਦ ਹੈ ਆਨੰਦ ਸਾਹਿਬ ਦੀ ਪੌੜੀ 16ਵੀਂ ਪੌੜੀ, ਜਿਹਦੇ ਵਿੱਚ ਜਿੱਥੇ ਅਸੀਂ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਦੀ ਆਰੰਭਤਾ ਕੀਤੀ ਸੀ ਨਾ। ਤੇ ਭਾਈ ਸਾਹਿਬ ਹੋਣਾ ਨੇ ਮੇਰੇ ਖਿਆਲ ਦੱਸਿਆ ਵੀ ਸੀ ਕਿ ਅਸਲ ਵਿੱਚ ਆਨੰਦ ਤੇ ਸੁੱਖ ਵਿੱਚ ਅੰਤਰ। ਸੁੱਖ ਇੱਕ ਹੋਰ ਚੀਜ਼ ਹੈ ਤੇ ਆਨੰਦ ਇੱਕ ਹੋਰ ਹੈ। ਇਹਦੇ ਬਾਰੇ ਅੰਤਰ ਤੁਹਾਡੇ ਨਾਲ ਸਾਂਝਾ ਕੀਤਾ ਹੋਵੇਗਾ। ਤੇ ਅੱਜ ਦੀ ਜਿਹੜੀ ਇਹ ਪੌੜੀ ਹੈ, ਜਿਸ ਪੌੜੀ ਦੇ ਅੰਦਰ ਆਨੰਦ ਦੀ ਗੱਲ ਕੀਤੀ ਹੈ, ਖੁਸ਼ੀ ਦਾ ਗੀਤ, ਗੀਤ ਦੀ ਗੱਲ ਕੀਤੀ ਹੈ, ਆਨੰਦ ਦੇਣ ਵਾਲਾ ਗੀਤ। ਫਿਰ ਇੱਥੇ ਮੈਂ ਬੇਨਤੀ ਕਰਾਂ ਕਿ ਇੱਥੇ ਜਿਹੜਾ ਸ਼ਬਦ ਆਉਣਾ ਹੈ ਸੋਹਿਲਾ, ਉਹ ਗੀਤ ਜਿਹੜਾ ਆਨੰਦ ਦਿੰਦਾ ਹੈ, ਸੁੱਖ ਦਿੰਦਾ ਹੈ। ਸੁੱਖ ਕੇਵਲ ਥੋੜ੍ਹਾ ਜਿਹੜਾ ਹੁੰਦਾ ਹੈ, ਤੇ ਜਦੋਂ ਆਨੰਦ ਮਿਲਦਾ ਹੈ ਫਿਰ ਉਹ ਸਦੀਵੀ ਬਣ ਜਾਂਦਾ। ਉਹਦੇ ਵਿੱਚ ਤਪਸ਼ ਹੋਵੇ, ਭੁੱਖ ਹੋਵੇ, ਦੁੱਖ ਹੋਵੇ, ਤਕਲੀਫ ਹੋਵੇ, ਜ਼ਿਆਦਾ ਧਨ ਹੋਵੇ, ਅਮੀਰੀ ਹੋਵੇ, ਸੁੱਖ ਹੋਵੇ, ਜਦੋਂ ਮਨੁੱਖ ਆਨੰਦ ਵਾਲੀ ਅਵਸਥਾ ਵਿੱਚ ਆ ਜਾਂਦਾ ਹੈ ਨਾ, ਉਸ ਸਮੇਂ ਫਿਰ ਮਨੁੱਖ ਜਿਹੜਾ ਵਾ ਉਹ ਕਦੇ ਵੀ ਸੁੱਖ ਤੇ ਦੁੱਖ ਵਿੱਚ ਅੰਤਰ ਨਹੀਂ, ਉਸ ਦਾ ਆਨੰਦ ਵਿੱਚ ਰਹਿੰਦਾ ਹੈ। ਇਸ ਲਈ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਹੜੀ ਪੌੜੀ ਆ, ਉਹ ਉਸ ਪੌੜੀ ਦੇ ਅੰਦਰ ਜਿਹੜਾ ਵਾ ਉਹ ਸਾਨੂੰ ਉਪਦੇਸ਼ ਦਿੱਤਾ ਹੈ। ਤੇ ਇਹਦੇ ਨਾਲ ਅਸੀਂ ਸੰਥਿਆ ਕਰਨੀ ਹੈ, ਤੇ ਨਾਲ ਅਸੀਂ ਜਿਹੜਾ ਵਾ ਉਹ ਨਾਲ ਅਸੀਂ ਸੰਥਿਆ ਕਰਨੀ ਹੈ, ਤੇ ਨਾਲ ਹੀ ਅਸੀਂ ਅਰਥ ਕਰਾਂਗੇ। ਸੋ ਹੈਲੋ, ਹਾਂਜੀ, ਵਾਹਿਗੁਰੂ ਜੀ। ਇੱਥੇ ਅਸੀਂ ਨਾਲ ਅਰਥ ਕਰਨੇ ਆ, ਤੇ ਨਾਲ ਹੀ ਅਸੀਂ ਜਿਹੜੇ ਆ ਉਹ ਵਿਸ਼ਰਾਮ ਜਿਹੜੇ ਨੇ ਉਹ ਅਸੀਂ ਲਾਉਣੇ ਆ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਨ। ਆ ਕਿਸੇ ਨੇ ਨਾ ਟੱਚ ਉੱਤੇ ਸਕਰੀਨ ਉਹਦੇ ਉੱਤੇ ਜਿਹੜੀਆਂ ਉਹ ਲਾਈਨਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਬੇਨਤੀ ਹੈ ਕਿ ਗੁਰਬਾਣੀ ਆ, ਇਸ ਕਰਕੇ ਜ਼ਰੂਰੀ ਬੇਨਤੀ ਹੈ ਕਿ ਇਹ ਜਦੋਂ ਵੀ ਅਸੀਂ ਕੋਈ ਆਪਸ਼ਨ ਨੱਪਦੇ ਹਾਂ ਤੇ ਲੀਕਾਂ ਜਿਹੜੀਆਂ ਨੇ ਉਹ ਸਾਹਮਣੇ ਆਉਣ ਲੱਗ ਪੈਂਦੀਆਂ ਨੇ। ਕਿਰਪਾ ਕਰਕੇ ਜਿਹੜਾ ਵਾ ਉਹ ਇਹਨਾਂ ਤੋਂ ਬਚਾ ਰੱਖਿਆ ਜਾਵੇ। ਸੋ ਆਰੰਭ ਕਰਾਂ। ਇਹ 16ਵੀਂ ਪੌੜੀ ਹੈ। ਇਹਦੇ ਵਿੱਚ ਆਨੰਦਮਈ ਗੀਤ ਦੀ ਗੱਲ ਕੀਤੀ ਗਈ ਹੈ। ਗੀਤ ਤੇ ਬਹੁਤ ਲੋਕ ਗਾਉਂਦੇ ਨੇ। ਕੋਈ ਆਪਣੇ ਸੱਜਣ ਦੀ ਉਸਤਤ ਵਿੱਚ ਗਾਉਂਦਾ, ਕੋਈ ਕਿਸੇ ਦੀ ਤਾਰੀਫ ਕਰਕੇ ਉਹਦੇ ਕੋਲ ਧਨ ਲੈਣਾ ਚਾਹੁੰਦਾ। ਪਰ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਰਮਾਤਮਾ ਦੀ ਬਖਸ਼ਿਸ਼ ਲੈਣ ਵਾਸਤੇ ਜਿਹੜਾ ਉਹ ਗੀਤ ਗਾਇਆ। ਸੋ ਇਹਦੀ ਪਹਿਲੀ ਪੰਕਤੀ ਜਿਹੜੀ ਹੈ, ਇਹ ਸੋਹਿਲਾ ਸ਼ਬਦ ਸੁਹਾਵਾ। ਸੱਸੇ ਦੇ ਪੈਰ 'ਚ ਬਿੰਦੀ ਨਹੀਂ, ਸ਼ਬਦ ਨਹੀਂ ਆ। ਸੱਸਾ ਬੱਬਾ ਦੱਦਾ, ਦੱਦੇ ਦੇ ਔਂਕੜ, ਸ਼ਬਦ ਸੁਹਾਵਾ। ਜੇ ਆਪਾਂ ਸੱਸੇ ਪੈਰ 'ਚ ਬਿੰਦੀ ਪੜਾਂਗੇ ਫਿਰ ਸ਼ਬਦ ਆਵੇਗਾ। ਇਸ ਕਰਕੇ ਇਹ ਗੁਰਬਾਣੀ ਦਾ ਸ਼ਬਦ ਹੈ, ਗੁਰਬਾਣੀ ਦੀ ਪੰਕਤੀ ਹੈ। ਇੱਥੇ ਬਿੰਦੀ ਨਹੀਂ ਲੱਗੀ ਤੇ ਲਾਉਣ ਦੀ ਜ਼ਰੂਰਤ ਨਹੀਂ ਹੈ। ਫਿਰ ਮੈਂ ਬੇਨਤੀ ਕਰਾਂ, ਇਹ ਸੋਹਿਲਾ ਸ਼ਬਦ ਸੁਹਾਵਾ। ਸੋਹਿਲਾ ਦੀ ਉੱਤੇ ਵਿਸ਼ਰਾਮ ਹੈ। ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਦੋ ਪੰਕਤੀਆਂ ਨੇ ਜਿਨ੍ਹਾਂ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਜਿਹੜਾ ਸੋਹਣਾ ਸ਼ਬਦ ਹੈ ਨਾ, ਇਹ ਸੋਹਿਲਾ। ਕਿਹੜਾ ਸੋਹਣਾ ਸ਼ਬਦ? ਆਨੰਦ ਦੇਣ ਵਾਲਾ ਗੀਤ। ਇਹ ਸੋਹਿਲਾ ਸ਼ਬਦ ਸੁਹਾਵਾ। ਇਹ ਜਿਹੜਾ ਖੁਸ਼ੀ ਦਾ ਗੀਤ ਹੈ,
ये बहुत ही मनमोहक है, सोहना है, क्योंकि ਜਿਹੜਾ सतगुरु है ना, जिन्हें ये शब्द दिता, शब्दो सुहावा सदा सोहिला सतगुरु सुनाया। इत्थे विश्राम आ गया। शब्दो सुहावा सदा सोहिला सतगुरु सुनाया। ये जिहड़ा मनमोहक गीत है, जिहड़ा आनंद देण वाला गीत है, ये किन्ने सुनाया? सतगुरु ने। सतगुरु ने रहमत कीती है ते ये साडे ਝੋਲੀ ਦੇ ਵਿੱਚ ਗੁਰੂ ਨੇ ਇਹ ਸੋਹਣਾ ਸ਼ਬਦ ਪਾਇਆ ਹੈ। ਪਰ ਨਾਲ ਹੀ ਅੱਗੇ ਬਖਸ਼ਿਸ਼ ਕੀਤੀ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿ ਇਹ ਤਿੰਨ ਕੈ ਮਨ ਵਸਿਆ। ਇੱਥੇ ਵਿਸ਼ਰਾਮ ਹੈ ਜੀ। ਇਹ ਤਿੰਨ ਕੈ ਮਨ ਵਸਿਆ। ਮੰਮਾ ਨੰਨਾ ਮਨ ਨਹੀਂ ਪੜਨਾ, ਮਨ ਮੰਮੇ ਉੱਤੇ ਟਿੱਪੀ ਨੰਨੇ ਨੂੰ ਸਿਆਰੀ ਮਨ। ਭਾਵ ਕਿ ਇਹ ਜਿਹੜਾ ਸੋਹਣਾ ਗੀਤ ਹੈ, ਆਨੰਦ ਦੇਣ ਵਾਲਾ ਗੀਤ ਹੈ, ਇਹ ਗੁਰੂ ਨੇ ਰਹਿਮਤ ਕੀਤੀ ਹੈ, ਸਾਨੂੰ ਬਖਸ਼ਿਸ਼ ਦੇ ਵਿੱਚ ਦਿੱਤਾ ਹੈ। ਪਰ ਇਹ ਮਨ ਉਹਨਾਂ ਦੇ ਵਿੱਚ ਵਸਦਾ ਹੈ ਜਿਨ੍ਹਾਂ ਨੇ ਉੱਤੇ ਉਹ ਪ੍ਰਮਾਤਮਾ ਨੇ ਰਹਿਮਤ ਕਰਕੇ ਧੁਰ ਦਰਗਾਹ ਦੇ ਉੱਤੇ ਮੱਥੇ ਦੇ ਉੱਤੇ ਲੇਖ ਪਾ ਦਿੱਤਾ ਹੋਵੇ। ਕਹਿੰਦੇ ਨਾ ਇਹਦੇ ਲੇਖ ਚੰਗੇ ਨੇ, ਇਹਦੇ ਕਰਮ ਮਾੜੇ ਨੇ, ਪਰ ਇਹਦੇ ਲੇਖ ਚੰਗੇ ਨੇ, ਇਹਨੂੰ ਮਾਇਆ ਬਹੁਤ ਮਿਲੀ ਹੈ। ਪਰ ਇੱਥੇ ਮੈਂ ਬੇਨਤੀ ਕਰਾਂ, ਮਾਇਆ ਮਨੁੱਖ ਦੇ ਮਾੜੇ ਲੇਖ ਹੋਣ ਤੇ ਮਾਇਆ ਬਹੁਤੀ ਮਿਲ ਜਾਵੇ, ਉਹਦੀ ਕੋਈ ਪਰਵਾਹ ਨਹੀਂ, ਕਿਉਂਕਿ ਪ੍ਰਮਾਤਮਾ ਕਈ ਵਾਰ ਉਹਨਾਂ ਜੀਵਾਂ ਨੂੰ ਖੁਆਰ ਵੀ ਕਰਦਾ ਹੈ। ਪਰ ਕਈ ਵਾਰ ਸਾਡੇ ਮਨ ਵਿੱਚ ਇਹ ਆਉਂਦਾ ਹੈ ਕਿ ਅਸੀਂ ਇੰਨੀ ਬੰਦਗੀ ਕਰਦੇ ਹਾਂ, ਇੰਨਾ ਪ੍ਰਮਾਤਮਾ ਦਾ ਨਾਮ ਜਪਦੇ, ਇੰਨੀ ਸੇਵਾ ਕਰਦੇ, ਸਾਨੂੰ ਕਸ਼ਟ ਕਿਉਂ ਮਿਲਦੇ ਨੇ? ਫਰਕ ਹੈ ਨਾ। ਅਸੀਂ ਸੇਵਾ ਕਰਕੇ ਵੀ ਸੁੱਖ ਲੈਣਾ ਚਾਹੁੰਦੇ ਹਾਂ। ਤੇ ਫਿਰ ਬੇਨਤੀ ਕਰਾਂ, ਜਿੱਥੇ ਸੁੱਖ ਹੈ ਨਾ, ਮੈਂ ਆਰੰਭ ਵਿੱਚ ਫਿਰ ਬੇਨਤੀ ਕੀਤੀ ਸੀ ਕਿ ਜਿੱਥੇ ਸੁੱਖ ਵਾ ਨਾ, ਉੱਥੇ ਦੁੱਖ ਆਉਣਾ ਲਾਜ਼ਮੀ ਹੈ। ਪਰ ਜਿੱਥੇ ਆਨੰਦ ਹੈ, ਉੱਥੇ ਕੇਵਲ ਆਨੰਦ ਹੀ ਆਨੰਦ ਹੈ। ਉੱਥੇ ਦੁੱਖ ਸੁੱਖ, ਅਮੀਰੀ ਗਰੀਬੀ ਉੱਥੇ ਕੋਈ ਮਾਇਨੇ ਨਹੀਂ ਰੱਖਦੀ। ਉੱਥੇ ਤਨ ਦੇ ਉੱਤੇ ਪਾਟੇ ਕੱਪੜੇ ਵੀ ਪਏ ਹੋਣਗੇ ਨਾ, ਤੇ ਫਿਰ ਵੀ ਮਨੁੱਖ ਜਿਹੜਾ ਵਾ ਉਹ ਆਨੰਦ ਵਿੱਚ ਰਹਿੰਦਾ। ਕੋਈ ਵੀ ਉਹਦੇ ਤਨ ਦੇ ਉੱਤੇ ਦੁੱਖ ਆ ਜਾਵੇ ਤੇ ਉਹ ਫਿਰ ਵੀ ਆਨੰਦ ਵਿੱਚ ਰਹਿੰਦਾ, ਕਿਉਂਕਿ ਉਹ ਪ੍ਰਮਾਤਮਾ ਦੇ ਹੁਕਮ ਨੂੰ ਮੰਨਦਾ। ਹੁਣ ਇੱਥੇ ਆ ਤੀਸਰੀ ਪੰਕਤੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੀ ਕਮਾਲ ਦੀ ਜ਼ਿਕਰ ਕੀਤੀ ਹੈ। ਇਹ ਤਿੰਨ ਕੈ ਮਨ ਵਸਿਆ। ਕਿੰਨਾ ਦੇ ਵਿੱਚ? ਕਿੰਨਾ ਦੇ ਮਨ ਵਿੱਚ ਵਸਿਆ? ਜਿਨ ਧੁਰੋਂ ਲਿਖਿਆ ਆ, ਜਿਨ੍ਹਾਂ ਦੇ ਧੁਰ ਦਰਗਾਹ ਦੇ ਉੱਤੋਂ ਮੱਥੇ ਉੱਤੇ ਲੇਖ ਲਿਖਿਆ ਹੋਵੇ ਨਾ, ਇਹ ਉਹਨਾਂ ਦੇ ਹੀ ਮਨ ਦੇ ਵਿੱਚ ਵਸਦਾ ਹੈ। ਇੱਕ ਫਿਰੇ ਘਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਇਹ ਵਿਸ਼ਰਾਮ ਹੈ। ਫਿਰ ਮੈਂ ਇਸ ਕਰਕੇ ਠਹਿਰਾਓ ਵਿੱਚ ਬੋਲ ਰਿਹਾ ਕਿ ਆਪ ਜੀ ਨੂੰ ਸਮਝ ਵਿੱਚ ਆ ਜਾਵੇ। ਇੱਕ ਇੱਕ ਪੰਕਤੀ ਜਿਹੜੀ ਹੈ, ਇੱਕ ਫਿਰੇ ਘਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਹੁਣ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਅਨੇਕਾਂ ਐਸੇ ਬੰਦੇ ਫਿਰਦੇ ਹਨ ਜਿਨ੍ਹਾਂ ਦੇ ਮਨ ਵਿੱਚ ਗੁਰ ਸ਼ਬਦ ਤਾਂ ਨਹੀਂ ਵਸਿਆ, ਪਰ ਗਿਆਨ ਦੀਆਂ ਗੱਲਾਂ ਕਰਦੇ ਨੇ। ਹੁਣ ਇੱਕ ਫਿਰੇ ਘਨੇਰੇ ਕਰਹਿ ਗੱਲਾਂ, ਥਾਂ ਥਾਂ ਤੇ ਫਿਰ ਕੇ ਗੱਲਾਂ ਕਰਦੇ ਨੇ ਪ੍ਰਮਾਤਮਾ ਦੀਆਂ। ਉੱਪਰਲੀ ਪੰਕਤੀ ਦੇ ਨਾਲ ਫਿਰ ਮੇਲ ਖਾ ਗਿਆ ਨਾ। ਤੇ ਜਿਹੜੀ ਮੈਂ ਗੱਲ ਕੀਤੀ ਸੀ ਕਿ ਆਨੰਦ ਤੇ ਸੁੱਖ ਵਿੱਚ ਬੜਾ ਅੰਤਰ ਹੈ। ਹੁਣ ਜਿਹੜੇ ਆ ਘਰਾਂ ਘਰਾਂ ਵਿੱਚ ਫਿਰਦੇ ਨੇ, ਥਾਂ ਥਾਂ ਤੇ ਜਾ ਕੇ ਗੱਲਾਂ ਕਰਦੇ ਨੇ ਪ੍ਰਮਾਤਮਾ ਦੀਆਂ, ਮਨ ਵਿੱਚ ਪ੍ਰਮਾਤਮਾ ਨਹੀਂ, ਸਿਰਫ ਗਿਆਨ ਦੇ ਸਹਾਰੇ ਤੁਰੇ ਫਿਰਦੇ ਨੇ। ਜਦੋਂ ਦੁੱਖ ਆਉਂਦਾ ਤੇ ਫਿਰ ਰਲਾਉਂਦੇ ਨੇ, ਕਰਲਾਉਂਦੇ ਨੇ, ਵਿਰਲਾਪ ਕਰਦੇ ਨੇ। ਪਰ ਜਿਨ੍ਹਾਂ ਦੇ ਅੰਦਰ ਵਸ ਜਾਂਦਾ ਨਾ, ਫਿਰ ਉਹ ਆਰਿਆਂ ਦੇ ਨਾਲ ਚੀਰੇ ਜਾਂਦੇ ਨੇ। ਤੱਤੀਆਂ ਲੋਹਾਂ ਤੇ ਬਹਿ ਕੇ ਗਲਾਂ ਵਿੱਚ ਟੋਟੇ ਟੋਟੇ ਬੱਚਿਆਂ ਦੇ ਪਏ ਹੋਣ, ਫਿਰ ਵੀ ਉਹ ਇੱਕੋ ਗੱਲ ਆਖਦੇ ਨੇ
कि हे परमात्मा तेरे भाणे विच 4 पैर सुखां ना बतीत होया, 4 पैर रात्रि आई है अपने भाणे विच बतीत करवाउणी। उत्थे आनंद नहीं मंगदे, सुख नहीं मंगदे, इक्को गल करदे अपने भाणे विच। कई बार असीं अरदास विच सुणन नूं मिल जांदा कि अपने भाणे विच सुखां दी बतीत कराउणी। नहीं, गुरु के प्यारिओ इत्थे खास करके जिक्रयोग है कि जदों भी अरदास करदे आ ते इत्थे इक्को ही अरदास हुंदी आ। पुरातन सिंह भी अरदास करदे सन कि अपने भाणे विच बतीत कराउणी, क्योंकि उहदा भाणा जिहड़ा है ना ਉਹ बड़ा विशाल है, बड़ा वड्डा है। ਉਹਦੇ ਭਾਣੇ ਵਿੱਚ ਹੀ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਜਾਂਦਾ ਤੇ ਉਹਦਾ ਮਨ ਜਿਹੜਾ ਵਾ ਉਹਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ। ਇਸੇ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜ਼ਿਕਰ ਕਰ ਦਿੱਤਾ ਕਿ ਇੱਕ ਐਸੇ ਵੀ ਆਪ ਜੀ ਨੂੰ ਲੋਕ ਮਿਲਣਗੇ ਜਿਨ੍ਹਾਂ ਦੇ ਮਨ ਵਿੱਚ ਨਹੀਂ ਵਸਿਆ, ਪਰ ਉਹ ਗੱਲਾਂ ਵਾਲੇ ਗਿਆਨ ਦੇ ਨਾਲ ਜਿਹੜਾ ਵਾ ਬਾਤਾਂ ਕਰਦੇ ਨੇ। ਗੱਲੀ ਕਿਹਨਾਂ ਨਾਲ ਪਾਇਆ? ਗੁਰੂ ਸਾਹਿਬ ਕਹਿੰਦੇ ਵੀ ਗੱਲਾਂ ਦੇ ਨਾਲ ਨਹੀਂ ਪਾਇਆ ਜਾ ਸਕਦਾ। ਹੁਣ ਤੁਸੀਂ ਅੱਜ ਕਈ ਸਵਾਲ ਆਏ ਸੀ, ਕੱਲ ਵੀ ਆਏ ਸੀ ਕਿ ਗੁਰਪੁਰਬ ਜਿਹੜਾ ਵਾ ਉਹ ਕਦੋਂ ਮਨਾਉਣਾ ਚਾਹੀਦਾ। ਵਿਚਾਰ ਆਪ ਜੀ ਦੇ ਨਾਲ ਹੋ ਗਈ। ਬਸ ਮੈਂ ਟੂਕ ਮਾਤਰ ਆਪ ਜੀ ਨੂੰ ਦੱਸਾਂ, ਜਿਹੜੇ ਗੱਲਾਂ ਦਾ ਗਿਆਨ ਆ ਜਿਨ੍ਹਾਂ ਦੇ ਕੋਲ ਕਿਤਾਬੀ ਗਿਆਨ ਆ, ਬਸ ਮਨ ਵਿੱਚ ਨਹੀਂ ਵਸਿਆ, ਕੇਵਲ ਜਿਨ੍ਹਾਂ ਦੇ ਕੋਲ ਗੱਲਾਂ ਦਾ ਗਿਆਨ ਹੈ ਨਾ, ਉਹ ਇਹ ਗੱਲ ਕਰਦੇ ਨੇ ਕਿ ਇੰਨੀ ਤਰੀਕ ਨੂੰ ਨਹੀਂ, ਇੰਨੀ ਤਰੀਕ ਨੂੰ ਹੋਣਾ ਚਾਹੀਦਾ। ਪਰ ਸਾਡਾ ਜਿਹੜਾ ਅਸਲ ਕੈਲੰਡਰ ਆ, ਜਿਹੜਾ ਅਸਲ ਸਾਡਾ ਇਤਿਹਾਸ ਹੈ, ਉਹਦੇ ਵਿੱਚ ਜਿਹੜਾ ਵਾ ਉਹ ਅੰਗਰੇਜ਼ੀ ਮਹੀਨਿਆਂ ਦਾ ਕੋਈ ਦੇਣ ਲੈਣ ਨਹੀਂ। ਹੁਣ 5 ਜਨਵਰੀ ਨੂੰ ਕੋਈ ਕਹਿੰਦਾ ਮੈਂ 5 ਨੂੰ ਮਨਾਉਣਾ। ਵੱਖ-ਵੱਖ ਅਸੀਂ ਗੁਰਪੁਰਬ ਜਿਹੜੇ ਮੇਨ ਨੇ ਉਹਨਾਂ ਨੂੰ ਅੰਗਰੇਜ਼ੀ ਮਹੀਨਿਆਂ ਦੀ ਤਰਜੀਹ ਦਿੱਤੀ ਹੈ, ਪਰ ਗੁਰੂ ਸਾਹਿਬ ਕਹਿੰਦੇ ਵੀ ਨਹੀਂ, ਉਹ ਗੱਲਾਂ ਦੇ ਗਿਆਨ ਵਾਲੇ ਨੇ, ਉਹਨਾਂ ਦੇ ਮਨ ਵਿੱਚ ਨਹੀਂ ਵਸਿਆ। ਮਨ ਵਿੱਚ ਉਹਨਾਂ ਦੇ ਵਸਿਆ ਜਿਨ੍ਹਾਂ ਦੇ ਧੁਰੋਂ ਲੇਖ ਲਿਖਿਆ ਆ, ਜਾਂ ਜਿਨ੍ਹਾਂ ਨੇ ਗੁਰੂ ਨੂੰ ਆਪਾ ਭਾਵ ਸਮਰਪਣ ਕੀਤਾ। ਪਰ ਇੱਕ ਫਿਰੇ ਘਨੇਰੇ ਕਰੇ ਗੱਲਾਂ, ਉਹ ਗੱਲਾਂ ਵਾਲੇ ਨੇ ਜਿਹੜੇ ਇਹ ਗੱਲ ਆਖਦੇ ਨੇ ਕਿ 5 ਤਰੀਕ ਨੂੰ ਮਨਾਉਣਾ ਚਾਹੀਦਾ, ਇੰਨੀ ਤਰੀਕ ਨੂੰ ਮਨਾਉਣਾ ਚਾਹੀਦਾ। ਇਸ ਕਰਕੇ ਗੁਰੂ ਸਾਹਿਬ ਜਿਹੜਾ ਵਾ ਉਹ ਬੜੀ, ਇਹ ਸਾਡੇ ਮਨ ਦਾ ਸਵਾਲ ਸੀ ਤੇ ਗੁਰੂ ਸਾਹਿਬ ਜੀ ਨੇ ਅੱਜ ਸੰਥਿਆ ਵਿੱਚ ਵੇਖੋ ਕਮਾਲ ਕਰ ਦਿੱਤੀ, ਸਾਹਮਣੇ ਰੱਖ ਦਿੱਤਾ। ਇੱਕ ਫਿਰੇ ਘਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੈ ਨਾਨਕ ਸ਼ਬਦ ਸੋਹਿਲਾ, ਸਤ ਗੁਰੂ ਸੁਣਾਇਆ। ਇਹ ਜਿਹੜਾ ਆਨੰਦਮਈ ਸੋਹਿਲਾ ਦੇਣ ਵਾਲਾ ਹੈ ਨਾ, ਆਨੰਦਮਈ ਗੀਤ ਜਿਹੜਾ ਦੇਣ ਵਾਲਾ ਸ਼ਬਦ ਹੈ, ਇਹ ਕਿਹਨੇ ਸੁਣਾਇਆ ਜੀ? ਸਤਿਗੁਰੂ ਨੇ ਸੁਣਾਇਆ ਹੈ, ਜਿਹਨੇ ਸਾਡੇ ਮਨ ਦੇ ਅੰਦਰ ਜਿਹੜਾ ਵਾ ਉਹ ਇਹ ਗਿਆਨ ਦਾ ਦੀਵਾ ਬਾਲ ਦਿੱਤਾ। ਹੁਣ ਅਗਲੀ ਪੌੜੀ ਹੈ 17ਵੀਂ ਪੌੜੀ। ਸੋ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ, ਉਹ ਵੀ ਪਹੁੰਚੇ ਨੇ। ਮੈਨੂੰ ਕਹਿੰਦੇ ਕਿ ਇੱਕ ਪੌੜੀ ਦੀ ਵਿਚਾਰ ਤੁਸੀਂ ਜ਼ਰੂਰ ਕਰੋ। ਸੋ ਮੈਂ ਇੱਕ ਪੌੜੀ ਦੀ ਆਪ ਜੀ ਦੇ ਨਾਲ ਸਾਂਝ ਬਣਾਈ ਹੈ। ਹੁਣ ਮੈਂ ਬੇਨਤੀ ਕਰਾਂਗਾ ਕਿ ਅਗਲੇਰੀਆਂ ਪੌੜੀਆਂ ਦੀ ਜਿਹੜੀ ਵਿਚਾਰ ਹੈ ਉਹ ਆਪ ਜੀ ਦੇ ਨਾਲ ਗਿਆਨੀ ਪਰਮਜੀਤ ਸਿੰਘ ਜੀ ਕਰਨ ਜ਼ਰੂਰ, ਕਿਉਂਕਿ ਕਾਫੀ ਦਿਨ ਰਾਬਤਾ ਕਾਇਮ ਨਹੀਂ ਰਿਹਾ। ਕੁਝ ਦਫ਼ਤਰੀ ਕਾਰਜ ਸਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤੇ ਉਹ ਕਰਨ ਵਾਸਤੇ ਸਾਨੂੰ ਪੰਜਾਬ ਜਾਣਾ ਪਿਆ ਸੀ। ਇਸ ਕਰਕੇ ਪੰਜਾਬ ਤੋਂ ਅਸੀਂ ਫਿਰ ਵਾਪਸ ਆ ਗਏ ਹਾਂ। ਸੋ ਹੁਣ ਲੜੀਵਾਰ ਅਸੀਂ ਆਪ ਜੀ ਦੇ ਨਾਲ ਜਿਹੜੀ ਉਹ ਵਿਚਾਰ ਸਾਂਝੀ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਕਲਾਸਾਂ ਚੱਲਦੀਆਂ ਸਨ। ਸੋ ਮੈਂ ਬੇਨਤੀ ਕਰਾਂਗਾ ਕਿ ਹੁਣ 17ਵੀਂ ਪੌੜੀ ਜਿਹੜੀ ਆ ਉਹ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨਾਲ ਸਾਂਝ ਬਣਾਉਣ। ਦਾਸ ਨਾਲ ਇੱਥੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਤਨੇਮ ਦੀਆਂ ਜੋ ਬਾਣੀਆਂ ਦੀ ਸੰਥਿਆ ਆਪਾਂ ਕਰ ਰਹੇ ਹਾਂ, ਸੰਥਿਆ ਅਰਥਾਂ ਸਮੇਤ, ਉਹ ਉਸੇ ਅਨੁਸਾਰ ਆਪਾਂ ਜੋ ਹੈ ਉਹ ਆਨੰਦ ਸਾਹਿਬ ਦੀ ਬਾਣੀ ਜਿਹੜੀ ਉਹਦੀ ਸੰਥਿਆ ਤੇ ਉਹਦੀ ਵਿਚਾਰ ਜਿਹੜੀ ਹੈ ਉਹ ਆਪਾਂ ਕਰ ਰਹੇ ਹਾਂ। ਜਿਹੜੀ ਇਹ ਪੌੜੀ ਆਪ ਜੀ ਨੇ ਹੁਣੇ ਭਾਈ ਲਖਬੀਰ ਸਿੰਘ ਜੀ ਤੋਂ ਸ਼ਰਵਣ ਕੀਤੀ ਹੈ, ਕਿਉਂਕਿ ਆਨੰਦ ਸਾਹਿਬ ਦੀ ਇਹ 16ਵੀਂ ਪੌੜੀ ਹੁਣ ਆਪਾਂ ਕਰਨ ਜਾ ਰਹੇ ਹਾਂ, ਸੌਰੀ 17ਵੀਂ। ਇਹਦੇ ਅੰਦਰ ਕਿਉਂਕਿ ਨਾਲ ਨਾਲ ਅਸੀਂ ਅਰਥ ਵੀ ਕਰਨੇ ਨੇ ਤੇ ਨਾਲ ਨਾਲ ਅਸੀਂ ਸੰਥਿਆ ਵੀ ਕਰਨੀ ਹੈ।
ਇੱਕ ਤੇ ਅਸੀਂ ਇਹ ਦੇਖਣਾ ਹੈ ਕਿ ਬਾਣੀ ਦਾ ਅਸੀਂ ਉਚਾਰਨ ਕਿਸ ਤਰ੍ਹਾਂ ਕਰਨਾ ਹੈ, ਤੇ ਦੂਜਾ ਅਸੀਂ ਨਾਲ ਹੀ ਵੀ ਵੇਖਣਾ ਹੈ ਕਿ ਗੁਰੂ ਸਾਹਿਬ ਸਾਨੂੰ ਇਹਦੇ ਅੰਦਰ ਕੀ ਸਮਝਾ ਰਹੇ ਨੇ। ਇਹ 17ਵੀਂ ਪੌੜੀ ਜਿਹੜੀ ਹੈ, ਪਵਿੱਤ ਹੋਏ ਸੇ ਜਨਾ, ਇੱਥੇ ਵਿਸ਼ਰਾਮ ਹੈ ਜੀ ਇਹਦਾ। ਪਵਿੱਤ ਹੋਏ ਸੇ ਜਨਾ, ਉਹ ਜਨ ਜਿਹੜੇ ਨੇ, ਇਹ ਜਨਾ ਸ਼ਬਦ ਜਿਹੜਾ ਹੈ ਇਹ ਬਹੁਵਚਨ ਹੈ, ਕਿਉਂਕਿ ਜਿੰਨੀ ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਬਹੁਵਚਨ ਬਹੁਤਿਆਂ ਦੇ ਵਾਸਤੇ ਇਹ ਸ਼ਬਦ ਹੈ। ਪਵਿੱਤ ਹੋਏ ਸੇ ਜਨਾ, ਉਹ ਜਨ ਜਿਹੜੇ ਨੇ ਉਹ ਪਵਿੱਤਰ ਹੋ ਗਏ। ਕਿਹੜੇ ਜਨ? ਜਿਨੀ ਹਰ ਧਿਆਇਆ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਧਿਆਇਆ, ਉਸ ਪਰਮਾਤਮਾ ਨੂੰ ਜਪਿਆ, ਉਹਦਾ ਸਿਮਰਨ ਕੀਤਾ, ਉਹਦੀ ਬੰਦਗੀ ਕੀਤੀ, ਉਹ ਜਨ ਜਿਹੜੇ ਨੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹ ਪਵਿੱਤਰ ਹੋ ਗਏ। ਇਹਦਾ ਵਿਸ਼ਰਾਮ ਆਉਣਾ ਹੈ ਜੀ, ਪਵਿੱਤ ਹੋਏ ਸੇ ਜਨਾ। ਇੱਥੇ ਰੁਕਣਾ ਹੈ, ਅਰਥ ਜਿਹੜੇ ਨੇ ਉਹ ਫਿਰ ਸੌਖੇ ਹੋ ਜਾਣਗੇ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ। ਇੱਕ ਤੇ ਪੋਲਾ ਪੜ੍ਹਨਾ ਹੈ, ਮਤਲਬ ਅਸੀਂ ਜਿਵੇਂ ਕਹਿੰਦੇ ਨਾ ਘਰੋੜ ਕੇ ਜਾਂ ਨਹੀਂ ਪੜ੍ਹਨਾ, ਮੂੰਹ ਢਿੱਲਾ ਕਰਕੇ। ਫਿਰ ਗੁਰੂ ਸਾਹਿਬ ਨੇ ਆਖਿਆ ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਮੈਂ ਤੁਹਾਨੂੰ ਇੱਕ ਆਨੰਦ ਸਾਹਿਬ ਬਾਣੀ ਦੀ ਖਾਸੀਅਤ ਦੱਸ ਦਿਆਂ। ਇੱਥੇ ਜਿਹੜੀ ਵੀ ਇੰਪੋਰਟੈਂਟ ਚੀਜ਼ ਆਉਂਦੀ ਹੈ ਨਾ, ਗੁਰੂ ਸਾਹਿਬ ਉਹਨੂੰ ਰਿਪੀਟ ਕਰਕੇ ਸਾਨੂੰ ਕਹਿੰਦੇ ਨੇ, ਰਿਪੀਟ ਕਰਕੇ ਸਮਝਾ ਰਹੇ ਨੇ। ਭਾਈ ਮੈਂ ਤੈਨੂੰ ਫਿਰ ਇਹ ਗੱਲ ਕਹਿ ਰਿਹਾ ਵੀ ਇਹ ਜਿਹੜਾ ਕੰਮ ਕਰਨ ਨਾਲ ਆਹ ਕੁਝ ਹੋਏਗਾ। ਪਹਿਲੋਂ ਕਿਹਾ ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ। ਫਿਰ ਕਿਹਾ ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਹੁਣ ਕਿਹਾ ਵੀ ਹਾਂ, ਉੱਥੇ ਸ਼ਬਦ ਜਨਾ ਵਰਤਿਆ, ਜਨ ਵਰਤਿਆ, ਇੱਥੇ ਹੀ ਉਹਨਾਂ ਵਾਸਤੇ ਸ਼ਬਦ ਜਿਹੜਾ ਉਹ ਗੁਰਮੁਖ ਗੁਰੂ ਸਾਹਿਬ ਨੇ ਵਰਤਿਆ ਹੈ। ਲਖਾਇਕ ਦੋਵਾਂ ਵਾਸਤੇ ਹੀ ਹੈ, ਬੰਦਗੀ ਕਰਨ ਵਾਲਿਆਂ ਵਾਸਤੇ। ਅਰਥ ਲਗਭਗ ਸੇਮ ਹੀ ਨੇ ਕਿ ਉਹ ਪਵਿੱਤ ਨੇ, ਹਰ ਧਿਆਇਆ ਪਵਿੱਤ ਹੋਏ। ਉਹ ਜਿਹੜੇ ਨੇ ਉਹ ਪਵਿੱਤਰ ਹੋ ਗਏ ਜਿਨ੍ਹਾਂ ਨੇ ਧਿਆਇਆ ਹੈ। ਕਿਹੜੇ? ਕਹਿੰਦੇ ਗੁਰਮੁਖ ਜਿਨੀ ਧਿਆਇਆ, ਜਿਨ੍ਹਾਂ ਨੇ ਗੁਰੂ ਵੱਲ ਮੂੰਹ ਕਰ ਲਿਆ। ਇਹ ਵੀ ਬਹੁਵਚਨ ਹੈ, ਪਹਿਲਾ ਵੀ ਬਹੁਵਚਨ, ਇਹ ਵੀ ਬਹੁਵਚਨ ਬਹੁਤਾਤ ਵਾਸਤੇ ਰਿਪੀਟ ਕਰਕੇ ਕਹਿ ਰਹੇ ਨੇ। ਇਹਦਾ ਵਿਸ਼ਰਾਮ ਫਿਰ ਸੁਣਿਓ ਧਿਆਨ ਨਾਲ, ਹਰ ਧਿਆਇਆ ਪਵਿੱਤ ਹੋਏ। ਇੱਥੇ ਇਹਦਾ ਵਿਸ਼ਰਾਮ ਇੱਥੇ ਰੁਕਣਾ ਹੈ। ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ। ਹੁਣ ਇਹ ਵਿਸ਼ਰਾਮ ਧਿਆਨ ਨਾਲ ਸੁਣਿਓ, ਪਵਿੱਤ ਮਾਤਾ, ਇੱਥੇ ਥੋੜਾ ਰੁਕਣਾ ਹੈ। ਇੱਕ ਹੁੰਦਾ ਹੈ ਪੂਰਨ ਵਿਸ਼ਰਾਮ, ਇੱਕ ਹੁੰਦਾ ਹੈ ਅਰਧ ਵਿਸ਼ਰਾਮ। ਪੂਰਨ ਵਿਸ਼ਰਾਮ ਜਿਵੇਂ ਪਹਿਲੀ ਪੰਕਤੀ, ਤੁਸੀਂ ਨਾ ਸਕਰੀਨ ਵੱਲ ਆਪਣੇ ਧਿਆਨ ਦਿਓ, ਜਿਹੜੀ ਸਕਰੀਨ ਦੇ ਉੱਪਰ ਸ਼ਬਦ ਸ਼ੋਅ ਹੋ ਰਿਹਾ ਨਾ ਤੁਹਾਨੂੰ, ਇਹ ਕਈ ਪੂਰਨ ਵਿਸ਼ਰਾਮ ਲੱਗ ਰਿਹਾ ਹੈ। ਪਵਿੱਤ ਹੋਏ ਸੇ ਜਨਾ, ਇੱਥੇ ਪੂਰਨ ਵਿਸ਼ਰਾਮ ਹੈ। ਦੂਜੀ ਪੰਕਤੀ ਹਰ ਧਿਆਇਆ ਪਵਿੱਤ ਹੋਏ, ਇਹ ਵੀ ਪੂਰਨ ਵਿਸ਼ਰਾਮ ਹੈ, ਇੱਕੋ ਹੀ ਲੱਗ ਰਿਹਾ ਹੈ। ਹੁਣ ਜਿਹੜੀ ਤੀਜੀ ਪੰਕਤੀ ਹੈ ਨਾ, ਇਹਦੇ ਅੰਦਰ ਗੁਰੂ ਸਾਹਿਬ ਕਹਿ ਰਹੇ ਨੇ ਜਿਨ੍ਹਾਂ ਨੇ ਧਿਆਇਆ ਉਹ ਆਪ ਤੇ ਪਵਿੱਤਰ ਹੋ ਗਏ। ਫਿਰ ਕਹਿੰਦੇ ਪਵਿੱਤ ਮਾਤਾ, ਇੱਥੇ ਥੋੜਾ ਰੁਕਣਾ, ਇਹਨੂੰ ਅਰਧ ਵਿਸ਼ਰਾਮ ਕਹਿੰਦੇ ਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ। ਫਿਰ ਸੁਣਿਓ, ਪਵਿੱਤ ਮਾਤਾ ਪਿਤਾ, ਤੁਸੀਂ ਇੱਥੇ ਵੀ ਥੋੜਾ ਛੋਟਾ ਵਿਸ਼ਰਾਮ ਦੇ ਸਕਦੇ ਹੋ। ਕੁਟੰਬ ਸਹਿਤ ਸਿਉ, ਇੱਥੇ ਜਿਹੜਾ ਇਹ ਪੂਰਨ ਵਿਸ਼ਰਾਮ ਇਹਦਾ ਆਏਗਾ, ਜਿਹੜਾ ਪੰਕਤੀ ਦਾ ਪੂਰਨ ਵਿਸ਼ਰਾਮ ਹੁੰਦਾ ਹੈ। ਪਵਿੱਤ ਸੰਗਤ ਸਬਾਈਆ, ਉਹ ਆਪ ਤੇ ਪਵਿੱਤਰ ਨੇ। ਪਵਿੱਤ ਮਾਤਾ, ਉਹਨਾਂ ਦੀ ਮਾਂ ਵੀ ਪਵਿੱਤਰ ਹੈ। ਪਿਤਾ, ਉਹਨਾਂ ਦਾ ਪਿਤਾ ਵੀ, ਉਹਦਾ ਬੰਦਗੀ ਕਰਨ ਵਾਲੇ ਦਾ ਪਿਤਾ ਵੀ ਪਵਿੱਤਰ ਹੈ। ਕੁਟੰਬ ਸਹਿਤ ਸਿਉ, ਕੁਟੰਬ ਕਹਿੰਦੇ ਨੇ ਕਬੀਲਾ। ਕੁਟੰਬ ਦਾ ਜਿਹੜਾ ਸ਼ਾਬਦਿਕ ਅਰਥ ਬਣਦਾ ਹੈ ਉਹ ਕਬੀਲਾ ਹੈ। ਵੈਸੇ ਕੁਟੰਬ ਦਾ ਵਿਦਵਾਨਾਂ ਨੇ ਅਰਥ ਕੀਤਾ ਹੈ ਪਰਿਵਾਰ। ਪੁਰਾਤਨ ਜਿਹੜੇ ਸਨ ਉਹ ਕਹਿੰਦੇ ਸਨ ਤੇਰਾ ਕੁਟੰਬ ਕਬੀਲਾ ਕੀ ਹੈ, ਏਦਾਂ ਕਹਿ ਦਿੰਦੇ ਸਨ। ਕਹਿੰਦੇ ਵੀ ਇੱਕ ਤੇ ਉਹ ਆਪ ਵੀ ਪਵਿੱਤਰ ਹੈ, ਉਹਦਾ ਪਿਤਾ ਵੀ, ਉਹਦੀ ਮਾਂ ਵੀ ਪਵਿੱਤਰ ਹੋ ਗਈ, ਉਹਦਾ ਪਰਿਵਾਰ ਉਹ ਸਾਰਿਆਂ ਸਹਿਤ ਉਹ ਪਵਿੱਤਰ ਹੋ ਗਿਆ ਹੈ। ਫਿਰ ਸੁਣੋ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਸੰਗਤ ਦਾ ਅਰਥ ਹੈ ਉਹਦੇ ਸੰਗੀ ਜਿਹੜੇ ਨੇ, ਜਿਹੜੇ ਜਿਨ੍ਹਾਂ ਨੇ ਉਹਦਾ ਸੰਗ ਕੀਤਾ। ਹੁਣ ਮੈਂ ਥੋੜੀ ਜਿਹੀ ਇੱਕ ਸਾਖੀ ਤੁਹਾਨੂੰ ਸੁਣਾਉਣਾ ਇੱਥੇ, ਵੈਸੇ ਚਲੋ ਯਾਦ ਆ ਗਈ। ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੋਇਆ ਹੈ,
ਉਹਦੇ ਨਾਲ ਰਿਲੇਟਡ ਹੈ ਥੋੜੀ ਜੀ, ਮੈਂ ਤੁਹਾਨੂੰ ਉਹਦੇ ਬਾਰੇ ਦੱਸ ਦਿਆਂ। ਕਿਉਂਕਿ ਇਹ ਜਦੋਂ ਆਇਆ ਨਾ ਵੀ ਜਿੰਨੇ ਜਪਿਆ ਜਾਂ ਜਿੰਨੇ ਇੱਥੇ ਆਇਆ ਉਹ ਆਪ ਵੀ ਪਵਿੱਤਰ ਤੇ ਪਰਿਵਾਰ ਵੀ ਉਹਦਾ ਪਵਿੱਤਰ ਹੋ ਗਿਆ। ਸੈਦਾ ਸੀ ਉਹਦਾ ਨਾਮ। ਇਹ ਮਲਾਹ ਸੀ ਭਾਈ ਸੈਦਾ ਜੀ, ਸਤਲੁਜ ਦਰਿਆ ਦੇ ਅੰਦਰ ਬੇੜੀ ਚਲਾਉਂਦੇ ਸੀ ਆਪਣੀ। ਸਿੱਖਾਂ ਨੇ ਆਖਿਆ, ਜਿਵੇਂ ਹੁਣ ਸਿੱਖ ਆਉਂਦੇ ਜਾਂਦੇ ਨੇ, ਤੇ ਮੈਂ ਮਤਲਬ ਡਿਟੇਲ ਨਾਲ ਨਹੀਂ, ਤੁਹਾਨੂੰ ਥੋੜੇ ਜਿਹਾ ਹੀ ਦੱਸੂਗਾ ਇਸ ਸਾਖੀ ਦੇ ਬਾਰੇ। ਇਹਦੇ ਮਨ ਵਿੱਚ ਵੀ ਚਾਅ ਆ ਗਿਆ ਕਿ ਮੈਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਂ। ਪਰ ਦਰਸ਼ਨਾਂ ਦਾ ਚਾਅ ਜ਼ਰੂਰ ਹੈ, ਪਰ ਸੋਚਦਾ ਹੈ ਜੇ ਮੈਂ ਆਪਣੀ ਕਿਰਤ ਛੱਡ ਕੇ ਗਿਆ, ਜੇ ਬੇੜੀ ਛੱਡ ਕੇ ਚਲਾ ਗਿਆ, ਤੇ ਪਰਿਵਾਰ ਦਾ ਗੁਜ਼ਾਰਾ ਬੜਾ ਮੁਸ਼ਕਲ ਹੋਏਗਾ। ਚਲੋ ਮਨ ਦੇ ਵਿੱਚ ਸਿੱਖਾਂ ਨੇ ਆਖਿਆ, ਅਰਦਾਸ ਕਰਿਆ ਕਰ, ਗੁਰੂ ਦਰਸ਼ਨ ਜ਼ਰੂਰ ਦਿੰਦਾ। ਅਰਦਾਸ ਕਰਦਾ ਰਿਹਾ। ਇੱਕ ਦਿਨ ਗੁਰੂ ਗੋਬਿੰਦ ਸਿੰਘ ਨੂੰ ਦਰਸ਼ਨ ਦੇਣ ਆਏ। ਇਹਦੀ ਬੇੜੀ ਵਿੱਚ ਬੈਠੇ, ਇਹਨੇ ਬੇੜੀ ਠੇਲ ਲਈ ਦਰਿਆ ਵਿੱਚ, ਸੈਰ ਕਰਨ ਗਏ ਨੇ। ਕਹਿੰਦੇ ਜਦੋਂ ਬੇੜੀ ਵਿੱਚ ਘਰ ਚਲੀ ਗਈ ਨਾ ਦਰਿਆ ਦੇ, ਇਹ ਬੇੜੀ ਨੂੰ ਗੋਲ ਗੋਲ ਘੁਮਾਉਣ ਲੱਗ ਪਿਆ। ਇਹਦਾ ਰੀਜ਼ਨ ਸੀ ਕਿ ਜੇ ਮੈਂ ਪਰਲੇ ਕਿਨਾਰੇ ਤੇ ਲੈ ਗਿਆ ਤਾਂ ਵੀ ਗੁਰੂ ਸਾਹਿਬ ਉਤਰ ਜਾਣਗੇ, ਜੇ ਵਾਪਸ ਲੈ ਗਿਆ ਤਾਂ ਵੀ ਉਤਰ ਜਾਣਗੇ। ਤੇ ਉਹ ਪੁਰਾਣੀਆਂ ਬੇੜੀਆਂ ਵਿੱਚ ਸਵਾਰੀ ਤੇ ਮਲਾਹ ਜਿਹੜਾ ਉਹ ਇੱਕ ਦੂਜੇ ਵੱਲ ਮੂੰਹ ਕਰਕੇ ਬੈਠਦੇ ਸਨ। ਫੱਟਾ ਸਾਹਮਣੇ, ਆਮਣੇ ਸਾਹਮਣੇ ਦੋ ਫੱਟੇ ਲੱਗੇ ਹੁੰਦੇ ਸਨ। ਹੋਇਆ ਕਿ ਕੁਝ ਦੇਰ ਬਾਅਦ ਗੁਰੂ ਸਾਹਿਬ ਨੇ ਆਖਿਆ ਵਾਪਸ ਲੈ ਚੱਲੇ ਕਿਨਾਰੇ, ਤੇ ਵਾਪਸ ਲੈ ਗਿਆ ਬੇੜੀ ਨੂੰ। ਉਤਰੇ ਮੇਰੇ ਪਾਤਸ਼ਾਹ ਦਇਆ ਸਿੰਘ ਨੂੰ, ਭਾਈ ਜੀ ਨੂੰ, ਭਾਈ ਸਾਹਿਬ ਨੂੰ ਕਹਿੰਦੇ ਕਿ ਇਹਨੂੰ ਨਾ ਤੁਸੀਂ 5 ਸੋਨੇ ਦੀਆਂ ਮੋਹਰਾਂ ਦੇ ਦਿਓ। ਇਹਨੇ 5 ਸੋਨੇ ਦੀਆਂ ਮੋਹਰਾਂ ਜਿਹੜੀਆਂ ਉਹ ਭਾਈ ਦਇਆ ਸਿੰਘ ਜੀ ਨੇ ਦਿੱਤੀਆਂ। ਕਹਿੰਦਾ ਜੀ ਮੈਂ ਨਹੀਂ ਲੈਣੀਆਂ। 5 ਤੋਂ ਬਾਅਦ 10, 10 ਤੋਂ ਬਾਅਦ 20, ਮਤਲਬ ਕਹਿਣ ਦਾ ਭਾਵ ਇਹ ਆ ਕਿ ਇਹ ਹਰ ਵਾਰ ਨਾ ਕਰਦਾ ਰਿਹਾ। ਗੁਰੂ ਸਾਹਿਬ ਨੇ ਆਖਿਆ ਦਇਆ ਸਿੰਘ ਤੇਰੇ ਕੋਲ ਜਿੰਨਾ ਵੀ ਅੱਜ ਧਨ ਹੈ ਸਾਰਾ ਇਹਨੂੰ ਦੇ ਦੇ। ਦੇਤਾ। ਆਸੇ ਪਾਸੇ ਵਾਲੇ ਮਲਾਹ ਕਹਿੰਦੇ ਕਿੱਡਾ ਲਾਲਚੀ ਹੈ। ਖੈਰ ਜਦੋਂ ਗੁਰੂ ਸਾਹਿਬ ਜਾਨੀ ਜਾਣ ਨੇ, ਸਮਝਦਾਰ ਨੇ, ਗੁਰੂ ਸਾਹਿਬ ਵਰਗੀ ਸ਼ਖਸੀਅਤ ਕਿਸੇ ਦੀ ਨਹੀਂ ਹੈ। ਕਿਉਂਕਿ ਅਸੀਂ ਗੁਰੂਆਂ ਨੂੰ ਆਮ ਇਨਸਾਨ ਕਹਿਣ ਲੱਗ ਪਏ ਅੱਜ। ਤੇ ਜੇ ਗੁਰੂ ਆਮ ਇਨਸਾਨ ਹੈ ਤੇ ਗੁਰੂ ਕੋਲੋਂ ਫਿਰ ਗੱਤ ਪਾਉਣ ਦੀ, ਤਰਨ ਦੀ, ਕੁਟੰਬ ਤਰਾਉਣ ਦੀ ਆਸ ਵੀ ਅੰਦਰੋਂ ਬਾਹਰ ਕੱਢ ਦਿਓ, ਜੇ ਤੁਸੀਂ ਗੁਰੂ ਨੂੰ ਆਮ ਬੰਦੇ ਸਮਝਣਾ ਹੈ। ਤੇ ਹੋਇਆ ਕੀ, ਕਿਉਂਕਿ ਨਾ ਇਹ ਇੱਕ ਰੀਜ਼ਨ ਹੈ। ਜੇ ਗੁਰੂ ਆਮ ਹੁੰਦਾ ਨਾ, ਮੈਂ ਤੇ ਇੱਕ ਬੜੀ ਸਪਸ਼ਟ ਗੱਲ ਕਰਦਾ ਹੁੰਦਾ, ਸਾਡਾ ਗੁਰੂ ਚਮਤਕਾਰ ਕਰਦਾ ਸੀ, ਅੱਜ ਵੀ ਕਰਦਾ ਹੈ। ਪਤਾ ਕਿਉਂ? ਜਦੋਂ ਲਾਲੋ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਸੀ ਨਾ, ਲਾਲੂ ਨੂੰ ਸੰਬੋਧਨ ਕਰਕੇ ਦੱਸਿਆ ਸੀ ਕੀ ਕੁਝ ਹੋਏਗਾ। ਆਵਨ 78 ਜਾਨ 97 ਵਾਲਾ ਸ਼ਬਦ, ਇਹ ਆਉਣ ਵਾਲੇ ਸਮੇਂ ਦੇ ਬਾਰੇ ਫਿਊਚਰ ਦੱਸ ਰਹੇ ਨੇ। ਫਿਊਚਰ ਲਾਲੋ ਇਸ ਜਗ੍ਹਾ ਤੇ ਆਹ ਕੁਝ ਹੋਣ ਵਾਲਾ ਹੈ ਤੇ ਤਿਆਰੀ ਕਰਕੇ ਰੱਖ। ਹੋਇਆ ਵੀ ਉਹ ਕੁਝ, ਕੀ ਕੁਝ ਉੱਥੇ ਹੋਏਗਾ ਸਭ ਕੁਝ ਦੱਸਿਆ ਮੇਰੇ। ਉਹ ਇਹ ਚਮਤਕਾਰ ਨਹੀਂ, ਤੈਨੂੰ ਕੀ ਕਹੋਗੇ? ਕੋਈ ਗੁਰੂ ਨਾਨਕ ਕੋਈ ਜਾਦੂਗਰ ਥੋੜੀ ਸੀ ਯਾਰ, ਉਹ ਜਾਦੂ ਕਰਕੇ ਦੱਸਦਾ ਸੀ। ਖੈਰ ਗੁਰੂ ਸਮਰੱਥ ਹੈ, ਗੁਰੂ ਤੇ ਯਕੀਨ ਬੜਾ ਜ਼ਰੂਰੀ ਹੈ। ਜਦੋਂ ਗੁਰੂ ਅੰਤਰਜਾਮੀ ਹੈ, ਸਭ ਪਤਾ ਹੈ। ਜਦੋਂ ਇਹਨੇ ਸਾਰਾ ਧਨ ਲੈਣ ਤੋਂ ਮਨਾ ਕਰਤਾ, ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਚੱਲ ਤੂੰ ਮੰਗ, ਤੈਨੂੰ ਕੀ ਚਾਹੀਦਾ ਹੈ? ਕਹਿੰਦਾ ਜੀ ਗੱਲ ਇਹ ਆ ਸੱਚੇ ਪਾਤਸ਼ਾਹ, ਮੈਂ ਬਦਲਾ ਚਾਹੀਦਾ ਮੈਨੂੰ। ਬਦਲਾ, ਬਦਲਾ ਸਮਝਦੇ ਹੋ ਨਾ, ਵੀ ਜੋ ਮੈਂ ਤੁਹਾਡੇ ਨਾਲ ਕੀਤਾ ਕੱਲ ਨੂੰ ਤੁਸੀਂ ਮੇਰੇ ਨਾਲ ਕਰੋ। ਕਹਿੰਦੇ ਉਹ ਕਿਵੇਂ? ਕਹਿੰਦੇ ਅੱਜ ਤੁਸੀਂ ਮੇਰੇ ਕੋਲ ਆਏ, ਤੁਸੀਂ ਕਿਹਾ ਮੇਰੀ ਬੇੜੀ ਵਿੱਚ ਚੜ੍ਹਨਾ ਹੈ, ਮੈਂ ਆਪਣਾ ਹੱਥ ਅੱਗੇ ਕੀਤਾ, ਤੁਸੀਂ ਮੇਰਾ ਹੱਥ ਫੜਿਆ ਤੇ ਮੈਂ ਤੁਹਾਨੂੰ ਆਪਣੀ ਬੇੜੀ 'ਚ ਚੜ੍ਹਾ ਕੇ ਲੈ ਗਿਆ। ਤੇ ਕੱਲ ਨੂੰ ਜਦੋਂ ਮੈਂ ਤੁਹਾਡੇ ਜਹਾਜ਼ ਵਿੱਚ ਚੜ੍ਹਨ ਆਉਣਾ ਹੈ ਨਾ, ਸੰਸਾਰ ਸਮੁੰਦਰ ਪਾਰ ਕਰਨ ਵਾਸਤੇ, ਬਸ ਮੈਂ ਬਦਲਾ ਹੀ ਮੰਗਦਾ। ਅੱਜ ਮੈਂ ਤੁਹਾਡਾ ਹੱਥ ਫੜਿਆ, ਕੱਲ ਤੁਸੀਂ ਮੇਰਾ ਹੱਥ ਫੜ ਕੇ ਆਪਣੇ ਜਹਾਜ਼ 'ਚ ਚੜਾ ਕੇ ਤੇ ਮੈਨੂੰ ਸਮੁੰਦਰ ਸੰਸਾਰ ਤੋਂ ਪਾਰ ਕਰ ਦਿਆ ਜੇ। ਗੁਰੂ ਸਾਹਿਬ ਬੜੇ ਖੁਸ਼ ਹੋਏ। ਕਹਿੰਦੇ ਸੈਦਿਆ ਇੰਨੇ ਕੁ ਖੁਸ਼ ਹਾਂ ਤੇਰੇ ਤੋਂ, ਤੂੰ ਆਪਣੀ ਗੱਲ ਕਰਦਾ ਹੈ, ਤੇਰੀਆਂ 21 ਕੁੱਲਾਂ ਆਪਣੇ ਨਾਲ ਲੈ ਕੇ ਜਾਵਾਂਗੇ, ਉਧਾਰ ਕਰਾਂਗੇ। 21 ਕੁੱਲਾਂ ਦਾ, 7 ਨਾਨਕੇ, 7 ਦਾਦਕੇ, 7 ਜਿਹੜੇ ਪਿਛਲੇ ਜਾ ਚੁੱਕੇ ਨੇ। ਤੇ ਇਹ ਗੱਲਾਂ ਤੱਕ ਸੀਮਤ ਨਹੀਂ ਹੈ। ਆਖਿਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਉਹ ਪਵਿੱਤਰ ਹੋ ਗਏ ਨਾ, ਜਿਹਨੇ ਬੰਦਗੀ ਕੀਤੀ। ਉਹਦੀ ਮਾਂ ਵੀ ਪਵਿੱਤਰ ਹੈ, ਉਹਦਾ ਪਿਤਾ ਵੀ ਪਵਿੱਤਰ ਹੋ ਗਿਆ। ਕੁਟੰਬ ਸਹਿਤ ਸਿਓ, ਉਹਦਾ ਕੁਟੰਬ ਜਿਹੜਾ, ਉਹਦਾ ਪਰਿਵਾਰ, ਉਹਦਾ ਕਬੀਲਾ ਵੀ ਪਵਿੱਤਰ ਹੋ ਗਿਆ। ਸਾਰੇ ਪਵਿੱਤਰ ਹੋ ਗਏ। ਫਿਰ ਪਵਿੱਤ ਸੰਗਤ ਸਬਾਈਆ, ਸਬਾਈਆ ਸਾਰੀਆਂ, ਸਬਾਈਆ ਦਾ ਅਰਥ ਹੈ ਸਾਰੀ। ਉਹਦੀ ਸੰਗਤ, ਜਿਹੜੀ ਸੰਗਤ ਮਤਲਬ ਉਹਦੇ ਸੰਗੀ, ਉਹਦੇ ਨਾਲ ਸੰਗ ਕਰਨ ਵਾਲੇ, ਉਹਦੇ ਨਾਲ ਰਹਿਣ ਵਾਲੇ ਜਿਹੜੇ ਨੇ, ਉਹ ਵੀ ਪਵਿੱਤਰ ਹੋ ਗਏ। ਫਿਰ ਸੁਣੋ ਅੱਗੇ ਗੁਰੂ ਸਾਹਿਬ ਨੇ ਬੜੀ ਕਮਾਲ ਕੀਤੀ। ਕਹਿੰਦੇ ਹੁਣ ਇਹਨੂੰ 2 ਤਰੀਕੇ ਨਾਲ ਪੜ੍ਹਿਆ ਜਾਂਦਾ ਹੈ। ਅੱਜ ਦੇ ਸਮੇਂ ਨੂੰ ਪੜ੍ਹਿਆ ਜਾਂਦਾ ਹੈ ਕਹਿੰਦੇ ਪਵਿੱਤ, ਅੱਜ ਜਿਵੇਂ ਅਸੀਂ ਪੜ੍ਹਦੇ ਹਾਂ। ਪਰ ਜੋ ਸ਼ਬਦ ਲਿਖੇ ਆ, ਕੱਕਾ ਵੀ ਮੁਕਤਾ ਹੈ, ਤੁਸੀਂ ਦੇਖੋ ਧਿਆਨ ਨਾਲ, ਹਾਹਾ ਵੀ ਮੁਕਤਾ ਹੈ,
ਹੁਣ ਇਹਦੇ ਲਈ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਦੱਸਾਂ ਗੁਰਬਾਣੀ ਦੇ ਵਿੱਚੋਂ। ਜਦੋਂ ਭਗਤ ਕਬੀਰ ਸਾਹਿਬ ਦੇ ਸ਼ਲੋਕ ਅਸੀਂ ਪੜ੍ਹਦੇ ਆ ਨਾ, ਉੱਥੇ ਸ਼ਬਦ ਆਉਂਦਾ ਹੈ ਕੱਕਾ ਹਾਹਾ ਤੱਤਾ। ਅਸੀਂ ਉਹਨੂੰ ਪੜ੍ਹਦੇ ਆ ਕਹਿਤ ਕਬੀਰ। ਅਸੀਂ ਪੜ੍ਹਦੇ ਉਹਨੂੰ ਇਸ ਤਰ੍ਹਾਂ ਵੀ ਕਹਿਤ ਕਬੀਰ, ਸੁਣੋ ਰੇ ਸਾਧੂ ਸੁਣੋ ਰੇ ਸੰਤੋ, ਇਸ ਤਰ੍ਹਾਂ ਆਉਂਦੇ, ਦੋਹੇ ਵੀ ਆਉਂਦੇ ਆ। ਪਰ ਅਸੀਂ ਅੱਜ ਵੀ ਜਦੋਂ ਬਿਹਾਰ ਵਾਲੇ ਪਾਸੇ ਜਾਂਦੇ ਆ ਨਾ, ਪਟਨਾ ਸਾਹਿਬ ਵਾਲੇ ਪਾਸੇ, ਉੱਥੇ ਅੱਜ ਵੀ ਉਹ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਉਹ ਬੋਲਦੇ ਭਈਆ ਕਾ ਕਹਿਤ ਹੋ। ਉਹ ਇਹ ਨਹੀਂ ਕਹਿੰਦੇ ਕਾ ਕਿਆ ਕਹਿਤ ਹੋ, ਕਦੇ ਨਹੀਂ ਕਹਿੰਦੇ, ਉਹ ਬੋਲਦੇ ਆ ਕਾ ਕਹਿਤ ਹੋ, ਕਹਿਤ। ਅਸੀਂ ਉਹਨੂੰ ਛੱਡ ਦਿੱਤਾ ਤੇ ਉਹਨਾਂ ਅਜੇ ਵੀ ਰੱਖਿਆ। ਵੇਖੋ ਅਸੀਂ ਕਹਿੰਦੇ ਨਹੀਂ ਜੀ ਇਹ ਤੇ ਗਵਾਰਾਂ ਵਾਲੀ ਭਾਸ਼ਾ ਹੈ, ਕਹਿਤ ਕਹਿਤ ਕਹਿਣਾ। ਹੁਣ ਇੱਥੇ ਇਹਨੂੰ ਪੜ੍ਹਿਆ ਜਾਂਦਾ ਹੈ ਕਹਿੰਦੇ ਪਵਿੱਤ, ਕਈ ਪੜ੍ਹਦੇ ਆ, ਅਰਥ ਉਹੀ ਰਹਿਣਗੇ। ਸ਼ਬਦ ਹੈ ਕੱਕਾ ਹਾਹਾ ਦੱਦੇ ਲਾਮ, ਕਹਦੇ ਪਵਿੱਤ, ਜਿਹੜੇ ਕਹਿੰਦੇ ਨੇ ਮਤਲਬ ਜਪਦੇ ਨੇ ਮੂੰਹ ਦੇ ਨਾਲ, ਰਸਨਾ ਦੇ ਨਾਲ ਬੰਦਗੀ ਕਰਦੇ ਨੇ, ਉਹ ਪਵਿੱਤਰ। ਸੁਣਦੇ ਪਵਿੱਤ, ਕਹਿੰਦੇ ਪਵਿੱਤ ਤੋਂ ਛੋਟਾ ਵਿਸ਼ਰਾਮ ਆਏਗਾ, ਫਿਰ ਸੁਣਦੇ ਪਵਿੱਤ ਤੇ ਫਿਰ ਛੋਟਾ ਵਿਸ਼ਰਾਮ ਆਏਗਾ। ਇਹਨੂੰ ਅਰਧ ਵਿਸ਼ਰਾਮ ਕਿਹਾ ਜਾਂਦਾ ਹੈ ਸਾਡੀ ਭਾਸ਼ਾ ਵਿੱਚ, ਅਰਧ, ਜਿਹਨੂੰ ਮੈਂ ਛੋਟਾ ਵਿਸ਼ਰਾਮ ਕਹਿ ਰਿਹਾ। ਧਿਆਨ ਨਾਲ, ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ, ਇੱਥੇ ਫਿਰ ਤੀਜਾ ਅਰਧ ਵਿਸ਼ਰਾਮ ਆਏਗਾ। ਸੌਰੀ, ਇੱਥੇ ਜਿਹੜਾ ਅਰਧ ਵਿਸ਼ਰਾਮ ਪੂਰਾ ਹੁੰਦਾ ਹੈ, ਪਹਿਲੋਂ ਛੋਟੇ ਆਉਣੇ ਆ, ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ, ਜਿਨੀ ਹਰ ਤੇ ਆਇਆ। ਜਾਂ ਦੋ ਤਰ੍ਹਾਂ ਨਾਲ ਇਹਨੂੰ ਪੜ੍ਹਿਆ ਜਾਂਦਾ ਹੈ, ਕਹਿਦੇ ਪਵਿੱਤ, ਸੁਣਦੇ ਪਵਿੱਤ, ਕਈ ਪੜ੍ਹ ਜਾਂਦੇ ਆ ਸੇ ਪਵਿੱਤ ਜਿਨੀ ਹਰ ਤੇ ਆਇਆ, ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ ਵਾਹਿਗੁਰੂ। ਜੇ ਸੇ ਪਵਿੱਤ ਜਿਨੀ ਮਨ ਵਸਾਇਆ ਵਾਹਿਗੁਰੂ, ਕਈ ਇਸ ਤਰ੍ਹਾਂ ਪੜ੍ਹ ਜਾਂਦੇ ਆ। ਪਰ ਜੇ ਤੁਸੀਂ ਇਹਨੂੰ ਅਰਥਾਂ ਸਮੇਤ ਚੰਗੀ ਤਰ੍ਹਾਂ ਵਾਚਣਾ ਹੈ, ਫਿਰ ਪੜ੍ਹੋ ਇਹਨੂੰ ਕਹਿਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ। ਸੇ ਕੌਣ? ਉਹ ਪਵਿੱਤਰ ਨੇ ਜਿਨੀ ਹਰ ਤੇ ਆਇਆ, ਜਿਨ੍ਹਾਂ ਨੇ ਵਾਹਿਗੁਰੂ, ਜਿਨੀ ਮਨ ਵਸਾਇਆ, ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਉਸ ਪਰਮਾਤਮਾ, ਮਨ ਵੇਖੋ ਧਿਆਨ ਨਾਲ, ਮਨ ਨੰਨੇ ਨੂੰ ਸਿਹਾਰੀਏ ਦਾ ਅਰਥ ਹੈ ਮਨ ਦੇ ਵਿੱਚ। ਤੇ ਇਹਨੂੰ ਮਨ ਨਹੀਂ ਬੋਲਣਾ, ਮਨ। ਅਸੀਂ ਕਹਿੰਦਾ ਨਾ ਮੇਰੀ ਗੱਲ ਮੰਨਦਾ ਹੈ ਕਿ ਨਹੀਂ, ਉਹ ਮਨ ਸ਼ਬਦ ਦੇ ਉੱਤੇ ਟਿੱਪੀਏ, ਵੇਖੋ ਧਿਆਨ ਨਾਲ। ਉਹ ਪਵਿੱਤਰ ਨੇ ਜਿਨ੍ਹਾਂ ਮਨ ਦੇ ਅੰਦਰ ਮੰਨ ਲਿਆ, ਮਨ ਦੇ ਅੰਦਰ ਵਸਾ ਲਿਆ ਉਹਨੂੰ। ਫਿਰ ਸੁਣਿਓ, ਕਹਿਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ, ਜਿਨੀ ਮਨ ਵਸਾਇਆ। ਕਹਿੰਦੇ ਕਹਿ ਨਾਨਕ। ਹੁਣ ਨਾਨਕ ਦੇ ਕੱਕੇ ਨੂੰ ਔਂਕੜ ਹੈ, ਇਹਦਾ ਅਰਥ ਜਿਹੜਾ ਹੈ ਨਾ ਉਹ ਇਹ ਬਣਦਾ ਹੈ, ਇਹ ਕਈ ਤਰੀਕੇ ਨਾਲ ਆਉਂਦਾ ਹੈ। ਮੇਰੇ ਖਿਆਲ ਜੇ ਭਾਈ ਸਾਹਿਬ ਨੇ ਸ਼ਾਇਦ ਨਹੀਂ ਕਰਾਇਆ, ਇਹ ਤੁਹਾਨੂੰ ਕੋਸ਼ਿਸ਼ ਕਰਦੇ ਆ ਇੱਕ ਅੱਧੇ ਦਿਨ ਵਿੱਚ ਬਲੈਕ ਬੋਰਡ ਤੇ ਨਾ ਪੂਰੇ ਡਿਟੇਲ ਨਾਲ ਨਾਨਕ ਜਿਹੜਾ ਸ਼ਬਦ ਹੈ ਇਹਦੇ ਬਾਰੇ ਪਹਿਲਾਂ ਇਕੱਲੇ ਬਾਰੇ ਸਮਝਾਵਾਂਗੇ, ਕਿੰਨੇ ਤਰੀਕੇ ਨਾਲ ਆਇਆ ਹੈ, ਕਿਹੜੀਆਂ ਪੰਕਤੀਆਂ ਤੇ ਉਹਦੇ ਅਰਥ ਕੀ ਕੀ ਨੇ। ਇੱਥੇ ਕੱਕੇ ਨੂੰ ਔਂਕੜ, ਇਹਦਾ ਅਰਥ ਹੈ ਕਿ ਗੁਰੂ ਨਾਨਕ ਸਾਹਿਬ ਤੀਸਰੇ ਰੂਪ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਨੇ। ਇਹ ਸੰਬੋਧਨ ਨਹੀਂ ਹੈ, ਇੱਥੇ ਅੱਗੇ ਨਾਨਕ ਤੇ ਵਿਸ਼ਰਾਮ ਲਾ ਕੇ ਸੰਬੋਧਨ ਕਰਦੇ ਆ, ਸੰਬੋਧਨ ਨਹੀਂ, ਆਪਣੇ ਆਪ ਨੂੰ ਕਹਿ ਰਹੇ ਨੇ ਕਹਿ ਨਾਨਕ ਸੇ ਪਵਿੱਤ। ਇੱਥੇ ਇਹਦਾ ਵਿਸ਼ਰਾਮ ਹੈ, ਸੇ ਪਵਿੱਤ ਜਿਨੀ ਗੁਰਮੁਖ ਗੁਰਮੁਖ, ਗੁਰਮੁਖ ਨਹੀਂ ਗਾ, ਗੁਰਮੁਖ, ਮੂੰਹ ਮੰਮੇ ਨੂੰ ਵੀ ਔਂਕੜੇ, ਜਿਨੀ ਗੁਰਮੁਖ ਹਰ ਹਰ ਤੇ ਆਇਆ। ਉਹ ਕਹਿ ਨਾਨਕ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹ ਪਵਿੱਤਰ ਹਨ, ਸੇ ਪਵਿੱਤ। ਇਹ ਵੀ ਸੇ ਜਿਹੜਾ ਹੈ ਇਹਦਾ ਅਰਥ ਬਣਦਾ ਉਹ ਪਵਿੱਤਰ ਨੇ, ਜਿਨੀ ਗੁਰਮੁਖ ਹਰ ਹਰ ਤੇ ਆਇਆ, ਜਿਨ੍ਹਾਂ ਨੇ ਗੁਰੂ ਵੱਲ ਮੂੰਹ ਕਰਕੇ, ਗੁਰਮੁਖ ਦਾ ਅਰਥ ਹੈ ਗੁਰੂ ਵੱਲ ਮੂੰਹ ਕੀਤਾ, ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨਿਆ, ਗੁਰੂ ਦੇ ਆਸ਼ੇ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਿਆ ਤੇ ਹਰ ਹਰ ਤੇ ਆਇਆ ਹੈ, ਉਹ ਜਿਹੜੇ ਨੇ ਉਹ ਸਾਰੇ ਹੀ ਪਵਿੱਤਰ ਹਨ। ਇਹ ਜਿਹੜੀ ਪੌੜੀ ਹੈ ਨਾ, ਇਹਦਾ ਜਿਹੜਾ ਮੇਨ ਭਾਵ ਹੈ ਇਕੱਲੀ ਇਸ 17ਵੀਂ ਪੌੜੀ ਦਾ, ਇਹਦੇ ਵਿੱਚ ਸ਼ਬਦ ਹੈ ਵੀ ਤੁਸੀਂ ਪਵਿੱਤਰ ਕਿਵੇਂ ਹੋਣਾ। ਅਸੀਂ ਵਾਹਿਗੁਰੂ ਮੈਂ ਤੁਹਾਡੇ ਨਾਲ ਹਾਂ, ਅਸੀਂ ਪਵਿੱਤਰ ਕਿਵੇਂ ਹੋਣਾ ਹੈ। ਤੇ ਬੜਾ ਸੌਖਾ ਸਮਝਿਆ ਮੈਂ ਪੌੜੀ, ਇੱਕ ਵਾਰ ਜਿਵੇਂ ਅਸੀਂ ਪਾਠ ਮੂਲ ਕਰਦੇ ਆ ਨਾ, ਮੂਲ ਪਾਠ, ਮੈਂ ਤੁਹਾਨੂੰ ਉਸ ਤਰ੍ਹਾਂ ਫਿਰ ਪੜ੍ਹ ਕੇ ਸੁਣਾ ਦਿਆਂ, ਥੋੜਾ ਜਿਹਾ ਸੌਖਾ ਹੋ ਜਾਏਗਾ। ਸੁਣਿਓ, ਪਵਿੱਤ ਹੋਏ ਸੇ ਜਨਾ ਜਿਨੀ ਹਰ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ, ਕਹਿਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ, ਜਿਨੀ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਤੇ ਆਇਆ। ਇਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਨਾ ਉਹ ਪੜ੍ਹਿਆ ਜਾਣਾ ਹੈ। ਤੇ ਇਹਦੇ ਅੰਦਰ ਜਿਹੜਾ ਹੈ ਨਾ ਉਹ ਦੱਸਿਆ ਗਿਆ ਹੈ ਕਿ ਪਵਿੱਤਰ ਕਿਸ ਤਰ੍ਹਾਂ ਹੋਇਆ ਜਾਏਗਾ। ਤੇ ਪਵਿੱਤਰ ਹੋਇਆ ਜਾਏਗਾ ਪਰਮਾਤਮਾ ਦੀ ਬੰਦਗੀ ਨਾਲ, ਪਰਮਾਤਮਾ ਦੇ ਨਾਮ ਨੂੰ ਜਪਣ ਦੇ ਨਾਲ, ਪਰਮਾਤਮਾ ਦਾ
ਜਿਹੜਾ ਅਸੀਂ ਸਿਮਰਨ ਕਰਦੇ ਹਾਂ ਉਹਦੇ ਨਾਲ। ਹੁਣ ਜਿਹੜੀ 18ਵੀਂ ਪੌੜੀ ਹੈ, ਇਹਦੇ ਵਿੱਚ ਵੀ ਖੈਰ ਕਮਾਲ ਤੇ ਸਾਰੀ ਬਾਣੀ ਹੈ, ਮੈਂ ਕਹਾਂ ਵੀ ਸਿਰਫ ਇਹਦੇ ਵਿੱਚ ਹੀ ਕਮਾਲ ਹੈ, ਨਹੀਂ ਇਹ ਸ਼ਾਇਦ ਮੇਰਾ ਇਹ ਵਹਿਮ ਹੋਏਗਾ। ਹੁਣ ਸੁਣਿਓ ਪਹਿਲਾ ਮੂਲ ਪਾਠ। ਕਰਮੀ ਸਹਿਜ ਨਾ ਊਪਜੈ। ਫਿਰ ਸੁਣੋ, ਊੜੇ ਨੂੰ ਦਲੈਂਕੜ ਨੇ ਦੋ ਹਨ। ਊ ਸ਼ਬਦ ਬੋਲਣਾ ਹੈ, ਉਪਜੈ ਨਹੀਂ ਕਹਿਣਾ। ਜੱਜੇ ਨੂੰ ਵੀ ਦੋ ਦਲਾਵਾਂ ਹੈ, ਦੇਖੋ ਉੱਪਰ ਧਿਆਨ ਨਾਲ। ਜੈ ਸ਼ਬਦ ਆਏਗਾ, ਜੇ ਨਹੀਂ ਆਏਗਾ। ਕਈ ਪੜ੍ਹਦੇ ਨੇ ਕਰਮੀ ਸਹਿਜ ਨਾ ਉਪਜੇ, ਇਹ ਨਹੀਂ ਹੈ। ਇੱਕ ਤੇ ਊਪਜੈ, ਊੜੇ ਨੂੰ ਵੀ ਲੰਬਾ ਕਰਨਾ ਹੈ, ਜੈ ਵੀ ਲੰਮਾ ਪੜਨਾ ਹੈ। ਕਰਮੀ ਸਹਿਜ ਨਾ ਊਪਜੈ, ਵਿਣ ਸਹਿਜੈ ਸਹਸਾ ਨਾ ਜਾਏ। ਠੀਕ ਹੈ ਜੀ। ਕਰਮੀ ਸਹਿਜ ਨਾ ਊਪਜੈ, ਇੱਥੇ ਵਿਸ਼ਰਾਮ ਹੈ ਜੀ ਦਾ, ਰੁਕਣਾ ਇੱਥੇ। ਵਿਣ ਸਹਿਜੈ ਸਹਸਾ ਨਾ ਜਾਏ। ਸਹਸਾ, ਸੱਸਾ ਵੀ ਮੁਕਤਾ, ਹਾਹਾ ਵੀ ਮੁਕਤਾ ਹੈ, ਸਹਸਾ ਨਾ ਜਾਏ। ਹੁਣ ਗੁਰੂ ਸਾਹਿਬ ਇਹਦੇ ਵਿੱਚ ਨਾ ਅਸਲ ਵਿੱਚ ਜਿਹੜੇ ਮਾਇਆ ਵਿੱਚ ਫਸ ਜਾਂਦੇ ਨਾ, ਮਾਇਆ ਜਿਹੜਾ ਹੈ, ਮਾਇਆ ਅਸਲ ਵਿੱਚ ਪ੍ਰਮਾਤਮਾ ਤੋਂ ਬਿਨਾਂ ਸਭ ਕੁਝ ਹੀ ਜਿਹੜੀ ਉਹ ਮਾਇਆ ਹੈ। ਗੁਰੂ ਸਾਹਿਬ ਕਹਿੰਦੇ ਵੀ ਇਹ ਜਿਹੜਾ ਹੈ ਨਾ, ਮਾਇਆ ਦੇ ਮੋਹ ਵਿੱਚ ਮਨ ਸਦਾ ਤੌਖਲਾ ਜਿਹਾ ਬਣਿਆ ਰਹਿੰਦਾ, ਮਨ ਭਟਕਦਾ ਰਹਿੰਦਾ ਹੈ। ਤੇ ਇਹ ਜਿਹੜਾ ਹੈ ਨਾ, ਇਹ ਆਨੰਦ ਤੋਂ ਬਿਨਾਂ ਦੂਰ ਨਹੀਂ ਹੁੰਦਾ। ਕਰਮੀ ਸਹਿਜ ਨਾ ਉਪਜੈ, ਵਿਨ ਸਹਿਜੈ ਸਹਸਾ ਨਾ ਜਾਏ। ਤੌਖਲਾ, ਸਹਸਾ, ਭਰਮ, ਸਹਿਮ ਜਿਹੜਾ ਹੈ, ਇਹ ਜਿਹੜਾ ਹੈ ਨਾ, ਇਹ ਸਹਿਜ ਵਿਨ ਸਹਿਜ ਹੈ। ਇਹਦੇ ਬੜੇ ਤਰੀਕਿਆਂ ਦੇ ਨਾਲ ਬੜੇ ਵਿਦਵਾਨਾਂ ਨੇ ਅਰਥ ਕੀਤੇ ਨੇ। ਮੈਂ ਹੁਣ ਤੁਹਾਨੂੰ ਇੱਕ ਛੋਟੀ ਜੀ ਉਦਾਹਰਣ ਦੇਵਾਂ। ਕਰਮਾਂ ਦੇ ਉੱਪਰ ਜ਼ੋਰ ਦਿੱਤਾ ਹੈ ਮਹਾਤਮਾ ਬੁੱਧ ਜੀ ਨੇ। ਉਹ ਕਹਿੰਦੇ ਕਰਮ ਹੀ ਪ੍ਰਧਾਨ ਹੈ, ਉਸ ਧਰਮ ਵਿੱਚ ਕਰਮਾਂ ਦੀ ਪ੍ਰਧਾਨਤਾ ਹੈ। ਗੁਰਬਾਣੀ ਵੀ ਸਾਨੂੰ ਇਹ ਗੱਲ ਕਹਿੰਦੀ ਹੈ ਕਿ ਜਿਹੜੇ ਕਰਮ ਨੇ ਉਹ ਤੇਰੇ ਕਰਮਾਂ ਦੇ ਅਨੁਸਾਰ ਹੀ ਤੈਨੂੰ ਸਭ ਕੁਝ ਮਿਲਣਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੁਝ ਨੇੜੇ ਨੇ ਉਸ ਪਰਮਾਤਮਾ ਤੋਂ ਤੇ ਕੁਝ ਦੂਰ ਬੈਠੇ ਨੇ। ਉਹ ਕਿਹਦੇ ਕਰਕੇ ਆ? ਉਹ ਕਰਮਾਂ ਕਰਕੇ ਆ। ਕਿਸੇ ਦੇ ਕਰਮ ਚੰਗੇ ਆ, ਕਿਸੇ ਦੇ ਜਿਸ ਤਰ੍ਹਾਂ ਦੇ ਅਸੀਂ ਕੀਤੇ ਆ। ਬਾਣੀ ਵੀ ਇਹ ਗੱਲ ਕਹਿੰਦੀ ਹੈ। ਬਟ ਜੇ ਅਸੀਂ ਕਹਿ ਦਈਏ ਕਿ ਪ੍ਰਮਾਤਮਾ ਦੀ ਬੰਦਗੀ ਨਹੀਂ ਹੈ, ਪ੍ਰਮਾਤਮਾ ਦਾ ਸਿਮਰਨ ਨਹੀਂ ਹੈ, ਮੈਂ ਕਹਾਂ ਵੀ ਠੀਕ ਹੈ, ਮੈਂ ਦਾਨ ਪੁੰਨ ਕਰੀ ਜਾਵਾਂ। 6 ਤਰ੍ਹਾਂ ਦੇ ਦਾਨ ਜਿਹੜੇ ਨੇ ਉਹ ਹਿੰਦੂ ਧਰਮ ਨੇ ਕਹੇ ਨੇ। 6 ਤਰ੍ਹਾਂ ਦੇ ਕਰਮ ਜਿਹੜੇ ਆ, ਦਾਨ ਦੇਣਾ, ਦਾਨ ਲੈਣਾ ਵੀ ਉਹਦੇ ਵਿੱਚ ਹੈ। ਤੇ ਉਹਦੇ ਨਾਲ ਜੇ ਅਸੀਂ ਕਹੀਏ ਕਿ ਇਕੱਲੇ ਇਸੇ ਕੰਮ ਨਾਲ ਪ੍ਰਮਾਤਮਾ ਮਿਲ ਜਾਏਗਾ, ਤੇ ਇਹ ਗੱਲ ਨਹੀਂ ਨਾ ਬਣਦੀ। ਇਕੱਲੇ ਇਸੇ ਨਾਲ ਹੀ। ਇਸੇ ਲਈ ਮੈਂ ਤੁਹਾਨੂੰ ਜਿਹੜੀ ਬੇਨਤੀ ਇਹ ਕਰ ਰਿਹਾ ਵੀ ਕਰਮੀ ਸਹਿਜ ਨਾ ਊਪਜੈ। ਕਰਮਾਂ ਦੇ ਨਾਲ ਬਿਨ ਸਹਿਜੈ ਸਹਸਾ ਨਾ ਜਾਏ। ਪਹਿਲੀ ਗੱਲ ਤੇ ਇਹਦਾ ਵਿਸ਼ਰਾਮ ਜਿਹੜਾ ਉਹ ਇੱਥੇ ਆਉਣਾ ਹੈ। ਹੁਣ ਕਰਮ ਕਾਂਡਾਂ ਦੁਆਰਾ ਬ੍ਰਹਮ ਗਿਆਨ ਜਿਹੜਾ ਹੈ ਨਾ ਅੰਦਰ, ਕਰਮੀ ਸਹਿਜ ਨਾ ਉਪਜੈ। ਕਰਮ ਕਾਂਡਾਂ ਦੇ ਨਾਲ ਇਹ ਅੰਦਰ ਸਹਿਜ ਨਹੀਂ ਪੈਦਾ ਹੋਏਗਾ। ਜਦੋਂ ਅਸੀਂ ਮੈਂ ਕਹਦੇ ਹਾਂ ਕਿ ਇਕੱਲੇ ਅਸੀਂ ਕਰਮਕਾਂਡ, ਵੈਸੇ ਤੇ ਕਰਮਕਾਂਡਾਂ ਦੇ ਬਾਰੇ ਤੇ ਬੜਾ ਬਾਣੀ ਦੇ ਵਿੱਚ ਬੜੀਆਂ ਉਦਾਹਰਨਾਂ ਗੁਰੂ ਸਾਹਿਬ ਨੇ ਦਿੱਤੀਆਂ। ਜਿਹੜਾ ਕਰਮਕਾਂਡ ਕਰਦਾ ਉਹਦੀ ਸਿਚੁਏਸ਼ਨ, ਉਹਦੀ ਹਾਲਤ ਕੀ ਬਣੇਗੀ। ਕਹਿੰਦੇ ਕਰਮੀ ਸਹਿਜ ਨਾ ਉਪਜੈ। ਕਰਮ ਕਾਂਡਾਂ ਦੁਆਰਾ ਸਹਿਜ ਜਿਹੜਾ ਹੈ ਨਾ ਉਹ ਅੰਦਰ ਪੈਦਾ ਨਹੀਂ ਹੋਏਗਾ। ਬਿਨ ਸਹਿਜੈ ਸਹਸਾ ਨਾ ਜਾਏ। ਤੇ ਦੂਜੀ ਗੱਲ ਬਿਨ ਸਹਿਜੈ, ਬਿਨਾਂ ਬ੍ਰਹਮ ਗਿਆਨ ਦੇ ਬਾਝੋਂ ਜਿਹੜਾ ਅੰਦਰਲਾ ਸਹਸਾ ਹੈ, ਜਿਹੜਾ ਅੰਦਰਲਾ ਭਰਮ ਹੈ, ਉਹ ਵੀ ਖਤਮ ਜਿਹੜਾ ਉਹ ਨਹੀਂ ਹੁੰਦਾ। ਅਗਲੀ ਪੰਕਤੀ ਕਹਿੰਦੇ ਨਹ, ਵੇਖੋ ਨਹ, ਨੰਨਾ ਵੀ ਮੁਕਤਾ, ਹਾਹਾ ਵੀ। ਨਹ ਜਾਏ ਸਹਸਾ ਕਿਤੈ ਸੰਜਮ। ਇੱਥੇ ਵਿਸ਼ਰਾਮ ਹੈ। ਰਹੇ ਕਰਮ ਕਮਾਏ। ਮੈਂ ਫਿਰ ਤੁਹਾਨੂੰ ਮੇਰੇ ਵੱਲ ਖਾਸ ਕਰਕੇ ਇੱਥੇ ਧਿਆਨ ਦਿਆ ਜੇ, ਤੇ ਆਪਣੀਆਂ ਨਜ਼ਰ ਜਿਹੜੀ ਨਾ ਉਹ ਇਸ ਪੌੜੀ ਦੇ ਉੱਤੇ ਰੱਖੋ। ਇਹ ਮੈਂ ਤੁਹਾਨੂੰ ਰਿਪੀਟ ਫਿਰ ਕਰਨ ਲੱਗਾ। ਜੋ ਕੁਝ ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਕਿਹਾ, ਉਹੀ ਕੁਝ ਦੂਜੀ ਪੰਕਤੀ ਵਿੱਚ ਕਹਿ ਰਹੇ ਨੇ। ਕਹਿ ਰਹੇ ਨੇ ਕਿ ਸੁਣ ਲਓ ਧਿਆਨ ਨਾਲ। ਜੇ ਤੁਹਾਨੂੰ ਮੈਂ ਹੈਰਾਨੀ ਹੁੰਦੀ ਹੈ, ਸਹੀ ਗੱਲ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਚਨ ਪੜ੍ਹਦੇ ਆ, ਉਹਨਾਂ ਦੀ ਬਾਣੀ ਪੜ੍ਹਦੇ ਆ ਨਾ, ਉਹਨਾਂ ਨੇ ਆਪਣੇ ਆਪ ਨੂੰ, ਉਹਨਾਂ ਨੂੰ ਇੱਥੋਂ ਤੱਕ ਕਹਿਣਾ ਪੈ ਗਿਆ ਕਿ ਸਾਚ ਕਹੋ ਸੁਣ ਲਿਓ ਸਭੈ। ਇਹ ਯਾਦ ਹੈ ਨਾ ਸਾਨੂੰ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਨਾਂ ਨੂੰ ਪਤਾ ਸੀ ਕਿ ਸਿੱਖ ਕੱਲ ਕਿਹੋ ਜਿਹੇ ਹੋਣਗੇ। ਉਹਨਾਂ ਨੂੰ ਪਹਿਲੋਂ ਕਹਿ ਦਿੱਤਾ ਮੈਂ ਸੱਚ ਕਹਿ ਰਿਹਾ।
ਸਾਚ ਕਹੋ ਮੈਂ ਸੱਚ ਕਹਿ ਰਿਹਾ, ਸੁਣ ਲਿਓ ਸਭੈ। ਧਿਆਨ ਨਾਲ ਸੁਣ ਲਓ ਸਾਰੇ, ਮੈਂ ਸੱਚ ਕਹਿ ਰਿਹਾ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਉਹ ਜਿੱਥੇ ਗੱਲ ਨੂੰ ਕਹਿਣਾ ਹੁੰਦਾ ਨਾ ਚੰਗੀ ਤਰ੍ਹਾਂ, ਇੱਥੇ ਗੱਲ 2 ਵਾਰ ਕੀਤੀ ਜਾ ਰਹੀ। ਪਹਿਲੀ ਪੰਕਤੀ ਵਿੱਚ ਵੀ ਉਹੀ ਹੈ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਸਾ ਨਾ ਜਾਏ। ਕਹਿੰਦੇ ਨਹ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਜਿੰਨੇ ਮਰਜ਼ੀ ਕਰਮ ਕਾਂਡ ਕਰਕੇ ਵੇਖ ਲਓ, ਜਿਹੜਾ ਅੰਦਰਲਾ ਸਹਸਾ ਹੈ, ਜਿਹੜਾ ਅੰਦਰਲਾ ਭਰਮ ਹੈ, ਉਹ ਕਿਸੇ ਵੀ ਤਰੀਕੇ ਨਾਲ ਦੂਰ ਨਹੀਂ ਹੋਏਗਾ, ਉਹ ਖਤਮ ਨਹੀਂ ਹੋਏਗਾ। ਅੰਦਰਲਾ ਜਿਹੜਾ ਭਰਮ ਹੈ, ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਇਹਦਾ ਵਿਸ਼ਰਾਮ ਫਿਰ ਸੁਣਿਓ, ਨਹ ਜਾਏ ਸਹਸਾ ਕਿਤੈ ਸੰਜਮ। ਇੱਥੇ ਇਹਦਾ ਜਿਹੜਾ ਵਿਸ਼ਰਾਮ ਹੈ ਉਹ ਆਏਗਾ। ਅੱਗੇ ਤੀਜੀ ਪੰਕਤੀ ਵਿੱਚ ਕਹਿੰਦੇ ਸਹਸੈ ਜੀਉ ਮਲੀਨ ਹੈ। ਇੱਥੇ ਇਹਦਾ ਫਿਰ ਵਿਸ਼ਰਾਮ, ਸਹਸੈ ਜੀਉ ਮਲੀਨ ਹੈ। ਅਸਲ ਵਿੱਚ ਸਹਸੈ ਦੇ ਨਾਲ ਜਿਹੜਾ ਨਾ ਕਰਮ ਕਾਂਡ, ਵਹਿਮ ਦੇ ਨਾਲ ਜੀਓ, ਜਿਹੜੀ ਜਿੰਦ ਸਾਡੀ ਉਹ ਮਲੀਨ ਹੋ ਜਾਂਦੀ ਹੈ। ਜਿੰਦ ਸਾਡੀ ਜਿਹੜੀ ਆਤਮਾ ਸਾਡੀ ਹੈ ਨਾ, ਉਹ ਕਰਮ ਕਾਂਡ ਉਹਨੂੰ ਮਲੀਨ ਕਰ ਦਿੰਦੇ ਨੇ। ਕਰਮ ਕਾਂਡਾਂ ਨਾਲ ਤੇ ਰੱਬ ਮਿਲਦਾ ਹੀ ਨਹੀਂ ਹੈ। ਹੁਣ ਗੁਰੂ ਸਾਹਿਬ ਦੀ ਜਦੋਂ ਬਾਣੀ ਪੜ੍ਹਦੇ ਆ ਨਾ ਆਪਾਂ, ਗੁਰੂ ਸਾਹਿਬ ਜੀ ਦੇ ਜਦੋਂ ਬਚਨ ਪੜ੍ਹਦੇ ਆ ਆਪਾਂ, ਤੇ ਕਰਮ ਕਾਂਡਾਂ ਦੇ ਬਾਰੇ ਸ਼ੁਰੂਆਤ ਹੀ ਗੁਰੂ ਨਾਨਕ ਸਾਹਿਬ ਨੇ ਕਰਮ ਕਾਂਡ ਤੋਂ ਕੀਤੀ। ਜਦੋਂ ਬਾਣੀ ਦੀ ਆਰੰਭਤਾ ਹੋਈ ਨਾ, ਬਾਣੀ ਦੀ ਆਰੰਭਤਾ, ਜਦੋਂ ਮੇਰੇ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ, ਸੋਚੈ ਸੋਚ ਨਾ ਹੋਵਈ। ਸੋਚੈ ਵੀ ਸੋਚ ਨਾਲ ਤੁਸੀਂ ਕਹੋਗੇ ਆਪਣੇ ਆਪ ਨੂੰ ਨਹਾਉਣ ਧੋਣ ਦੇ ਨਾਲ, ਸਾਫ਼ ਸੁਥਰਾ ਰੱਖਣ ਦੇ ਨਾਲ, ਆਰੰਭਤਾ ਹੀ ਨਹਾਉਣ ਧੋਣ ਤੋਂ ਕੀਤੀ ਸੀ ਨਾ, ਕਿਉਂਕਿ ਕਰਮ ਕਾਂਡ ਇੰਨੇ ਫੈਲੇ ਨੇ। ਇਹ ਪਹਿਲਾ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦਾ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਚੁੱਪੈ। ਮੌਨ ਰੱਖਣ ਦੇ ਨਾਲ ਕੁਛ ਨਹੀਂ ਹੋਣਾ। ਕਹਿੰਦੇ ਸਹਸੈ ਜੀਉ ਮਲੀਨ ਹੈ। ਜਿਹੜਾ ਕਰਮ ਕਾਂਡ ਹੈ ਨਾ, ਜਿਹੜਾ ਅੰਦਰਲਾ ਵਹਿਮ ਹੈ, ਭਰਮ ਹੈ, ਉਹਨੇ ਜਿਹੜਾ ਜੀਉ ਹੈ ਨਾ, ਜਿਹੜੀ ਜਿੰਦ ਸਾਡੀ ਹੈ, ਉਹਨੂੰ ਮਲੀਨ ਕਰ ਦਿੱਤਾ। ਕਿ ਤਾਂ ਸੰਜਮ ਧੋਤਾ ਜਾਏ। ਹੁਣ ਇਹਨੂੰ ਧੋਤਾ ਕਿਵੇਂ ਜਾਏ, ਕਿਵੇਂ ਇਹਨੂੰ ਸਾਫ਼ ਕੀਤਾ ਜਾਏ? ਜੀਉ ਜਿੰਦ ਤੇ ਮਲੀਨ ਹੋ ਗਈ, ਮੰਨ ਲਿਆ, ਤੇ ਇਹਨੂੰ ਹੁਣ ਧੋਤਾ ਕਿਵੇਂ ਜਾਏਗਾ, ਇਹਨੂੰ ਸਾਫ਼ ਕਿਵੇਂ ਕੀਤਾ ਜਾਏਗਾ? ਫਿਰ ਆਖਿਆ, ਕਹਿੰਦੇ ਮਨ ਧੋਵੋ। ਹੁਣ ਇਹ ਜਿਹੜੀ ਪੰਕਤੀ ਦੇ ਵਿਸ਼ਰਾਮ ਫਿਰ ਵੇਖੋ, ਮਨ ਧੋਵੋ ਤੇ ਥੋੜਾ ਜਿਹਾ ਰੁਕਣਾ ਹੈ, ਸ਼ਬਦ ਲਾਗੋ ਇੱਥੇ। ਹੁਣ ਜਿਹੜਾ ਹੈ ਉਹ ਮਨ ਧੋਤਾ ਕਿਵੇਂ ਜਾਏਗਾ? ਕਰਮ ਕਾਂਡਾਂ ਨਾਲ ਮਲੀਨ ਤੇ ਹੋ ਗਿਆ, ਜੀਉ ਮਲੀਨ ਹੋ ਗਿਆ, ਧੋਤਾ ਕਿਵੇਂ ਜਾਏਗਾ? ਕਹਿੰਦੇ ਸ਼ਬਦ ਲਾਗੋ। ਜਦੋਂ ਸ਼ਬਦ ਦੇ ਨਾਲ ਜੁੜਾਂਗੇ ਨਾ, ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੇ ਬਚਨਾਂ ਦੇ ਨਾਲ, ਗੁਰੂ ਦੇ ਹੁਕਮਾਂ ਦੇ ਨਾਲ, ਜਦੋਂ ਇਹ ਸਾਰਾ ਕੁਝ ਕਰਾਂਗੇ ਨਾ, ਤਾਂ ਗੱਲ ਬਣੇਗੀ। ਆਖਿਆ ਸਹਸੈ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ, ਮਨ ਫਿਰ ਮਨ ਟਿੱਪੀ ਉੱਤੇ, ਮਨ ਧੋਵੋ। ਕੁਝ ਵਿਦਵਾਨਾਂ ਨੇ ਇਹਨੂੰ ਆਖਿਆ ਹੈ ਕਿ ਜਿਹੜਾ ਮਨ ਹੈ ਨਾ ਆਪਣਾ, ਉਹਨੂੰ ਧੋਣਾ ਹੈ। ਪਰ ਕਿਵੇਂ ਧੋਣਾ ਹੈ? ਗੁਰੂ ਦੇ ਬਚਨਾਂ ਨੂੰ ਮੰਨ ਕੇ, ਗੁਰੂ ਦੇ ਹੁਕਮ ਨੂੰ ਮੰਨ ਕੇ। ਤੇ ਉਹ ਧੋਤਾ ਜਾਏਗਾ ਸ਼ਬਦ ਨਾਲ ਲੱਗਿਆ, ਬਿਨਾਂ ਸ਼ਬਦ ਤੋਂ ਨਾਲ ਜੁੜਿਆ ਨਹੀਂ। ਆਪਣੇ ਆਪ ਨੂੰ ਆਤਮਾ ਨਾਮ ਨਾਲ ਜੋੜ ਕੇ ਆਪਣੀ ਆਤਮਾ ਨੂੰ ਧੋ ਲੈ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਪਰਮਾਤਮਾ ਨਾਲ, ਹਰੀ ਨਾਲ, ਵਾਹਿਗੁਰੂ ਨਾਲ ਚਿੱਤ ਜੋੜ ਕੇ ਰੱਖ ਆਪਣਾ, ਤੇ ਤੇਰਾ ਮਨ ਜਿਹੜਾ, ਉਹ ਜਿਹੜਾ ਸਹਸੈ ਜੀਉ ਮਲੀਨ ਹੈ ਨਾ, ਪਹਿਲੋਂ ਪੁੱਛਿਆ ਉਹ ਕਿਵੇਂ ਧੋਤਾ ਜਾਏਗਾ, ਫਿਰ ਦੱਸਿਆ ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਚਿੱਤ ਲਾ ਕੇ ਰੱਖੋ ਪਰਮਾਤਮਾ ਦੇ ਨਾਲ, ਇਹ ਧੋਤਾ ਵੀ ਜਾਏਗਾ ਤੇ ਸਾਫ਼ ਵੀ ਹੋ ਜਾਏਗਾ ਤੇ ਉਜਲਾ ਵੀ ਹੋ ਜਾਏਗਾ। ਕਰਮ ਵੇਖੋ, ਕਰਮੀ ਸਹਿਜ, ਪਹਿਲੀ ਪੰਕਤੀ, ਕਰਮੀ ਸਹਿਜ ਨਾ ਉਪਜੈ। ਕਰਮ ਉਹਨਾਂ ਕਰਮ ਕਾਂਡਾਂ ਨਾਲ ਨਹੀਂ, ਕਿਵੇਂ ਸਹਿਜ ਉਪਜੇਗਾ? ਹਰ ਸਿਉ ਰਹੋ ਚਿੱਤ ਲਾਏ, ਤਾਂ ਉਪਜੇਗਾ। ਅਖੀਰਲੀ ਪੰਕਤੀ ਵਿੱਚ ਆਖਿਆ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਹੁਣ ਪਹਿਲੀ ਪੰਕਤੀ ਵੱਲ ਵੇਖਿਓ, ਪਹਿਲੀ ਪੰਕਤੀ ਵਿੱਚ ਸੀ ਕਰਮੀ ਸਹਿਜ ਨਾ ਊਪਜੈ, ਕੂੜੇ ਨੂੰ ਦਲੈਂਕੜ ਹੈ। ਹੁਣ ਅਖੀਰਲੀ ਪੰਕਤੀ ਤੇ ਆਇਓ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਇੱਥੇ ਊਪਜੈ ਹੁਣ ਨਹੀਂ ਪੜਨਾ, ਇੱਥੇ ਇੱਕ ਔਂਕੜ ਲੱਗਾ ਹੈ, ਇੱਥੇ ਪੜਨਾ ਹੈ ਉਪਜੈ। ਉਹਨੂੰ ਪੜਿਆ ਸੀ ਊਪਜੈ, ਊ, ਇਹਨੂੰ ਪੜਿਆ ਉਪਜੈ, ਊ, ਬਸ ਕੱਲਾ ਇੱਥੇ। ਫਿਰ ਸੁਣਿਓ,
ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਗੁਰੂ ਨਾਨਕ ਸਾਹਿਬ ਤੀਜੇ ਰੂਪ ਵਿੱਚ ਕਹਿ ਰਹੇ ਨੇ ਕਿ ਗੁਰ ਪ੍ਰਸਾਦ ਜਿਹਨੂੰ ਮਿਲ ਗਿਆ, ਗੁਰੂ ਦੀ ਕਿਰਪਾ ਰਹਿਮਤ ਦੇ ਨਾਲ ਅੰਦਰ ਸਹਿਜ ਉਪਜੇਗਾ, ਪੈਦਾ ਹੋਏਗਾ। ਇਹੋ ਸਹਿਸਾ ਜਿਹੜਾ ਪਹਿਲੋਂ ਸਹਿਸੇ ਦੀ ਗੱਲ ਕੀਤੀ, ਇਵ ਜਾਏ, ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਸਹਿਸਾ ਹੈ, ਜਿਹੜਾ ਭਰਮ ਹੈ ਅੰਦਰਲਾ, ਉਹ ਜਾਏਗਾ ਕਿਹਦੇ ਨਾਲ? ਜਦੋਂ ਗੁਰੂ ਦੇ ਸ਼ਬਦ ਨਾਲ ਲੱਗਾਂਗੇ, ਗੁਰ ਪ੍ਰਸਾਦ ਹਾਸਲ ਕਰਾਂਗੇ ਤੇ ਸਹਿਜ ਪੈਦਾ ਹੋਏਗਾ ਅੰਦਰ, ਤੇ ਸਹਿਸਾ ਜਿਹੜਾ ਹੈ, ਭਰਮ ਜਿਹੜਾ ਹੈ, ਉਹ ਸਦਾ ਲਈ ਖਤਮ ਹੋ ਜਾਏਗਾ। ਇਹ ਪੌੜੀ ਵੱਲ ਫਿਰ ਧਿਆਨ ਦਿਆ ਜੇ, ਕਿਉਂਕਿ ਬਹੁਤ ਜ਼ਰੂਰੀ ਹੈ। ਪਹਿਲੀ ਪੰਕਤੀ, ਇਹ ਜਿਹੜੀਆਂ ਚੀਜ਼ਾਂ ਨੇ ਗੁਰੂ ਸਾਹਿਬ ਨੇ, ਦੇਖੋ ਜੇ ਪਹਿਲੀ ਥਾਂ ਤੇ ਅਰਥ ਇੱਕੋ ਹੀ ਨੇ, ਉਪਜੈ ਤੇ ਉਪਜੈ ਦੇ, ਪਰ ਜੇ ਗੁਰੂ ਸਾਹਿਬ ਨੇ ਇੱਕ ਥਾਂ ਤੇ ਉਪਜੈ ਲਿਖਿਆ, ਫਿਰ ਉਪਜੈ ਲਿਖਿਆ, ਇਹ ਇਸ ਕਰਕੇ ਆ ਕਿ ਪੜ੍ਹਨ ਲੱਗਿਆ ਅਸੀਂ ਧਿਆਨ ਦਈਏ। ਇਹ ਨਹੀਂ ਕਿ ਸਪੀਡ ਨਾਲ ਸਿਰ ਇੱਧਰੋਂ ਘੁੰਮਦਾ ਇੱਧਰ ਘੁੰਮਦਾ ਜਾਏ ਤੇ ਪੜ੍ਹਦੇ ਜਾਈਏ ਤੇ ਪਤਾ ਹੀ ਨਾ ਲੱਗੇ ਹਰ ਥਾਂ ਤੇ ਜਾਂ ਉਪਜੈ ਪੜ੍ਹ ਲਈਏ ਜਾਂ ਉਪਜੈ ਪੜ੍ਹ ਲਈਏ। ਇਹ ਇਸ ਕਰਕੇ ਆ। ਫਿਰ ਮੈਂ ਹੁਣ ਦੁਬਾਰਾ ਇਹ ਪੌੜੀ ਪੂਰੀ ਪੜ੍ਹ ਰਿਹਾ। ਕਰਮੀ ਸਹਿਜ ਨ ਉਪਜੈ, ਬਿਨ ਸਹਿਜੈ ਸਹਿਸਾ ਨ ਜਾਏ। ਨ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਿਸਾ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੁ ਸ਼ਬਦ ਲਾਗਹੁ, ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਉਪਜੈ ਸਮਝ ਰਹੇ ਨਾ, ਉਪਜੈ ਤੇ ਉਪਜੈ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹੋ ਸਹਿਸਾ ਇਵ ਜਾਏ। 18ਵੀਂ ਪੌੜੀ ਵਿੱਚ ਕਰਮ ਕਾਂਡਾਂ ਦਾ ਜ਼ਿਕਰ, ਤੇ ਨਾਲ ਮੇਰੇ ਸੱਚੇ ਪਾਤਸ਼ਾਹ ਨੇ ਆਖਿਆ ਕਿ ਕਰਮ ਕਾਂਡਾਂ ਦੇ ਨਾਲ ਸਹਿਜ ਪੈਦਾ ਨਹੀਂ ਹੋਣਾ। ਸਹਿਜ ਜਿਹੜਾ ਏ ਉਹ ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੇ ਹੁਕਮ ਨੂੰ ਮੰਨ ਕੇ ਜਦੋਂ ਗੁਰਪ੍ਰਸਾਦ ਹਾਸਲ ਹੋ ਜਾਏਗਾ ਨਾ, ਉਹ ਫਿਰ ਸਾਨੂੰ ਜਿਹੜਾ ਹੈ ਉਹ ਮਿਲੇਗਾ। ਹੁਣ ਜਿਹੜੇ ਇਹ ਵੈਸੇ ਸਮਾਂ ਜਿਹੜਾ ਉਹ ਉੱਪਰ ਹੋ ਗਿਆ, ਮੈਂ ਦੇਖਿਆ ਹੀ ਨਹੀਂ। ਇਹ ਜਿਹੜੀਆਂ ਪੌੜੀਆਂ ਅਸੀਂ ਪੜ੍ਹ ਰਹੇ ਹਾਂ ਨਾ, ਇਹਨਾਂ ਵਿੱਚ ਰਹਿਮਤਾਂ ਬੜੀਆਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤੀਆਂ ਨੇ। ਤੇ ਅਸੀਂ ਹੁਣ ਇੱਥੇ ਇਹਦੀ ਤੇ ਖੈਰ ਸਮਾਪਤੀ ਆਪਾਂ ਕਰਾਂਗੇ, ਬਾਕੀ ਜਿਹੜੀ ਉਹ ਵਿਚਾਰ ਕੱਲ ਨੂੰ ਕਰਾਂਗੇ। ਮੇਰੇ ਮਨ ਵਿੱਚ ਇਹ ਸੀ ਕਿ ਥੋੜਾ ਜਿਹਾ ਵਿਸਥਾਰ ਦੇ ਨਾਲ ਆਪ ਜੀ ਨੂੰ ਇਸ ਬਾਰੇ ਦੱਸਿਆ ਜਾਏ ਕਿ ਕਿਵੇਂ ਅੱਖਰ, ਕਿਵੇਂ ਸ਼ਬਦ ਗੁਰੂ ਸਾਹਿਬ ਜੀ ਨੇ ਵਰਤੇ ਨੇ। ਅਰਥ ਤੇ ਅਸੀਂ ਕਰਾਂਗੇ, ਬਟ ਅਰਥ ਤੁਸੀਂ ਵੀ ਪੜ੍ਹ ਸਕਦੇ ਹੋ। ਮੇਰੀ ਬੇਨਤੀ ਨੂੰ ਸਮਝਿਓ, ਅਰਥ ਤੁਸੀਂ ਵੀ ਕਿਸੇ ਟੀਕੇ ਤੋਂ ਪੜ੍ਹ ਸਕਦੇ ਹੋ, ਪਰ ਟੀਕੇ ਨੂੰ, ਸਟੀਕ ਨੂੰ, ਅਰਥਾਂ ਵਾਲੇ ਨੂੰ ਦੇਖ ਕੇ ਅਸੀਂ ਬਾਣੀ ਨੂੰ ਪੜ੍ਹਨਾ ਨਹੀਂ ਸਮਝ ਸਕਦੇ, ਸਿੱਖ ਸਕਦੇ। ਇਸ ਕਰਕੇ ਥੋੜਾ ਜਿਹਾ ਅਸੀਂ ਹੁਣ ਜ਼ੋਰ ਇਸ ਗੱਲ ਤੇ ਵੀ ਦੇਵਾਂਗੇ ਕਿ ਅਰਧ ਵਿਸ਼ਰਾਮ ਕਿੱਥੇ ਆ, ਪੂਰਨ ਵਿਸ਼ਰਾਮ ਕਿੱਥੇ ਆ, ਕਿੱਥੇ 2 ਵਿਸ਼ਰਾਮ ਨੇ ਇੱਕ ਪੰਕਤੀ 'ਚ, ਕਿੱਥੇ ਇੱਕ ਹੀ ਹੈ, ਕਿੱਥੇ 3 ਨੇ, ਉਹ ਕਿੱਥੇ ਕਿੱਥੇ ਨੇ। ਤੇ ਤੁਸੀਂ ਥੋੜਾ ਜਿਹਾ ਰਿਪੀਟ ਬਾਅਦ ਵਿੱਚ ਕਰਦੇ ਰਹੋਗੇ ਤੇ ਸੌਖਾ ਹੋ ਜਾਏਗਾ। ਸੋ ਅੱਜ ਇੰਨੀ ਕੁ ਬੇਨਤੀਆਂ ਪ੍ਰਵਾਨ। ਇਹਦੇ ਨਾਲ ਹੀ ਰਿਲੇਟਡ ਜਿਹੜੀਆਂ ਆਪਾਂ 3 ਪੌੜੀਆਂ ਕੀਤੀਆਂ ਨੇ, ਕੋਈ ਵੀ ਆਪ ਜੀ ਦਾ ਕੋਈ ਕੁਐਸਚਨ ਹੈ, ਕੋਈ ਸਵਾਲ ਹੈ, ਤੇ ਆਪ ਜੀ ਇਹਦੇ ਨਾਲ ਹੀ ਰਿਲੇਟਡ ਪਲੀਜ਼ ਉਹ ਜ਼ਰੂਰ ਪੁੱਛ ਸਕਦੇ ਹੋ ਆਪ ਜੀ। ਹਾਂਜੀ, ਮਾਈਕ ਔਨ ਕਰਦੇ ਆਪ ਜੀ ਦੇ, ਮਾਈਕ ਔਨ ਨੇ, ਤੇ ਤੁਸੀਂ ਕੋਈ ਵੀ ਸਵਾਲ ਹੈ ਪੁੱਛ ਸਕਦੇ ਹੋ ਜੀ। ਠੀਕ ਹੈ ਜੀ। ਤੇ ਅਸੀਂ ਹੁਣ ਕੋਈ ਵੀ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ WhatsApp ਤੇ ਪੁੱਛ ਸਕਦੇ ਹੋ, ਪਰਸਨਲੀ ਕਾਲ ਵੀ ਕਰ ਸਕਦੇ ਹੋ। ਸੋ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ। ਤੇ ਸਵੇਰੇ ਅਸੀਂ ਫਿਰ ਆਪਾਂ ਮਿਲਾਂਗੇ, ਜੁੜਾਂਗੇ ਇਸੇ ਤਰ੍ਹਾਂ। ਸੋ ਬੜੀਆਂ ਭੁੱਲਾਂ ਹੋਈਆਂ, ਉਹਦੇ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।